ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਆषाढ़ पंदा दिस लगै, हर नाहु नाहिना पास। ਪਹਿਲੀ ਗੱਲ ਤੇ ਸੰਗਤ ਜੀ ਇਹ ਹੈ ਕਿ ਸਿੱਖ ਵਾਸਤੇ ਦਿਨ ਕੋਈ ਚੰਗਾ ਮਾੜਾ ਨਹੀਂ ਹੈ। 12 ਮਾਹ ਦੇ ਖੀਰਲੇ ਬਚਨ ਨੇ ਮਹਾ ਦਿਵਸ ਮੂਰਤ ਪੜੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਨ ਕਿਰਪਾ ਕਰੋ। ਹਰੇ ਸਿੱਖ ਵਾਸਤੇ ਸਾਰੇ ਦਿਨ ਚੰਗੇ ਹੈ। ਸਿੱਖ ਜਦੋਂ ਕੋਈ ਕਾਰਜ ਆਰੰਭ ਕਰਦੇ ਤੇ ਕੜਾਹ ਪ੍ਰਸ਼ਾਦ ਦੀ ਦੇਖ ਲਿਆ ਕੇ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ, ਉਹਦਾ ਕਾਰਜ ਰਾਸ ਹੁੰਦਾ ਹੈ। ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ, ਸਗਲਾ ਰਾਸ ਹਰ ਹਰ ਚਰਨ ਹਿਰਦੇ ਪੁਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ, ਕੀਤਾ ਲੋੜੀਏ ਕਰਮਾ ਸੋ ਹਰ ਪਹਿ ਆਖੀਏ, ਕਾਰਜ ਦੇਹ ਸਵਾਰ ਸਤਿਗੁਰ ਸੱਚਾ। ਸਿੱਖ ਵਾਸਤੇ ਕੋਈ ਦਿਨ ਚੰਗਾ ਮਾੜਾ ਨਹੀਂ ਹੈ। ਹਾਂ ਅਸੀਂ ਮਹੀਨੇ 'ਚ ਕਰਨਾ ਕੀ ਹੈ, ਮਹਾਰਾਜ ਨੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ। ਹਾੜ ਦੇ ਮਹੀਨੇ ਦੀ ਰਮਤ ਹੋਈ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਆषाढ़ ਪੰਦਾ ਦਿਸ ਲੱਗੈ, ਕਹਿੰਦੇ ਹਾੜ ਦਾ ਮਹੀਨਾ ਤਪਸ਼ ਵਾਲਾ ਉਹਨਾਂ ਵਾਸਤੇ ਹੈ। ਹਾਰ ਨਾ ਹੋ ਨਾ ਜਿੰਨਾ ਪਾਸ, ਕਹਿੰਦੇ ਜਿਨ੍ਹਾਂ ਦੇ ਅੰਦਰ ਹਾਰ ਨਾ ਹੋ ਖਸਮ ਨੂੰ ਕਹਿੰਦੇ, ਮਾਲਕ ਨੂੰ ਕਹਿੰਦੇ। ਹਾੜ ਦਾ ਮਹੀਨਾ ਉਹਨਾਂ ਵਾਸਤੇ ਤਪਸ਼ ਵਾਲਾ ਹੈ, ਜਿਨ੍ਹਾਂ ਦੇ ਅੰਦਰ ਰੱਬੀ ਯਾਦ ਨਹੀਂ ਹੈ, ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ। ਗੁਰਮੁਖੋ ਇਹ ਗਰੀਖ ਮਰੋਤ ਦਾ ਦੂਸਰਾ ਮਹੀਨਾ ਹੈ। ਇਹ ਗੱਲਾਂ ਸੀ ਕੋਈ ਰੁੱਤ ਬੜੇ ਪੜ੍ਹਿਆ ਸੁਣਿਆ ਨਹੀਂ। ਅਸੀਂ ਆਪਣੇ ਪਿੰਡੇ ਤੇ ਇਹਨੂੰ ਰੁੱਤ ਨੂੰ ਹੁਣ ਹੰਢਾ ਰਹੇ ਇਸ ਮਹੀਨੇ ਦੇ ਅੰਦਰ, ਤੇ ਤਪਸ਼ ਬਹੁਤ ਹੈ, ਗਰਮੀ ਬਹੁਤ ਹੈ। ਤਲਾਬਾਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ ਹੈ, ਪਸ਼ੂ ਪੰਛੀ ਬੜੇ ਵਿਲਕਦੇ ਨੇ, ਜੰਗਲੀ ਪਸ਼ੂ ਤੇ ਜਿਹੜੇ ਪੰਛੀ ਉਹਨਾਂ ਨੂੰ ਪਾਣੀ ਨਹੀਂ ਕਿਤੇ ਮਿਲਦਾ। ਫਿਰ ਮਨੁੱਖ ਨੇ ਇੱਕ ਸਹੂਲਤ ਲਈ ਵੀ ਉਹਨੇ ਕਦੇ ਵੀ ਏਸੀ ਰੂਮ ਕਰ ਲਏ, ਗੱਡੀ 'ਚ ਬੈਠੇ ਏਸੀ ਲੱਗਾ, ਅਸੀਂ ਸਰੀਰ ਸਾਡਾ ਠੰਡਾ ਰਹੇ ਤੇ ਯਤਨ ਅਸੀਂ ਬਹੁਤ ਕਰਦੇ ਆ। ਸਾਰਿਆਂ ਨੇ ਪ੍ਰਬੰਧ ਕੀਤੇ। ਅੱਗੇ ਬਰਾਦਰ ਸਾਡੇ ਕੱਚੇ ਘਰ ਹੁੰਦੇ ਹਨ ਤੇ ਇਹਨਾਂ ਦਿਨਾਂ 'ਚ ਪਾਣੀ ਤਰੋਕਿਆ ਜਾਂਦਾ ਸੀ ਕੱਚੀ ਥਾਂ ਦੇ, ਤੇ ਉਹ ਕਮਰੇ ਠੰਡੇ ਹੋ ਜਾਂਦੇ ਹਨ। ਸਰੀਰ ਠੰਡਾ ਰਹੇ ਬਹੁਤ ਯਤਨ ਕਰਦੇ ਆ। ਮਹਾਰਾਜ ਕਹਿੰਦੇ ਸਰੀਰ ਵੀ ਉਹਨਾਂ ਚਿਰ ਠੰਡਾ ਨਹੀਂ ਹੋਣਾ ਜਿੰਨਾ ਚਿਰ ਆਤਮਾ ਨੂੰ ਠੰਡ ਪ੍ਰਾਪਤ ਹੁੰਦੀ ਹੈ। ਇੱਕ ਸ਼ਬਦ ਅਸੀਂ ਪੜ੍ਹਿਆ, ਮਹਾਰਾਜ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ, ਕਹਿੰਦੇ ਵੀ ਅੰਦਰ ਦੀ ਤਪਸ਼ ਨੂੰ ਨਾ ਤੇ ਚੰਦਨ ਦੂਰ ਕਰ ਸਕਦਾ ਹੈ। ਆ ਜਿਹੜੇ ਹਿੰਦੂ ਵੀਰ ਨੇ ਨਾ ਉਹ ਮੱਥੇ ਤੇ ਚੰਦਨ ਦਾ ਤਿਲਕ ਲਾਉਂਦੇ। ਚੰਦਨ ਦੇ ਨਾਲੋਂ ਬੜਾ ਸ਼ੀਤਲ ਠੰਡਾ ਹੁੰਦਾ ਹੈ, ਤੇ ਉਹ ਚੰਦਨ ਨੂੰ ਘੋਟ ਕੇ ਨਾ ਆਪਣੇ ਸਰੀਰ ਤੇ ਕਈ ਇਹਨਾਂ ਦਿਨਾਂ 'ਚ ਮੜ ਲੈਂਦੇ ਆ ਵੀ ਸਰੀਰ ਠੰਡਾ ਰਹੇਗਾ। ਚਲੋ ਹੁਣ ਤੇ ਦਾਸ ਨੇ ਬੇਨਤੀ ਕਰ ਹੀ ਦਿੱਤੀ ਹੈ ਵੀ ਏਸੀ ਲੱਗੇ ਹੋਏ, ਪੁਰਾਤਨ ਸਮੇਂ ਯਤਨ ਹੁੰਦੇ ਵੀ ਚੰਦਨ ਘੋਟ ਕੇ ਸਰੀਰ ਤੇ ਲਾ ਲਓ ਤੇ ਸਰੀਰ ਠੰਡਾ ਰਹਿੰਦਾ। ਪਰ ਇੱਥੇ ਤੇ ਗੁਰੂ ਸਾਹਿਬ ਨੇ ਕਿਹਾ ਚੰਦਨ ਚੰਦ, ਇੱਕ ਚੰਦਰਮਾ ਦੀਆਂ ਕਿਰਨਾਂ ਠੰਡੀਆਂ ਹੁੰਦੀਆਂ। ਇਹਨਾਂ ਦਿਨਾਂ 'ਚ ਜਿਹੜੇ ਮਜ਼ਦੂਰ ਲੋਕ ਨੇ, ਕੰਮ ਕਰਨ ਵਾਲੇ ਨੇ, ਉਹ ਦਿਨੇ ਆਰਾਮ ਕਰਦੇ ਨੇ, ਗਰਮੀ ਬੜੀ ਹੁੰਦੀ ਹੈ, ਤੇ ਰਾਤ ਨੂੰ ਕੰਮ ਕਰਦੇ। ਚੰਦਰਮਾ ਦੀਆਂ ਕਿਰਨਾਂ ਸ਼ੀਤਲ ਹੁੰਦੀਆਂ। ਮਹਾਰਾਜ ਕਹਿੰਦੇ ਨਾ ਤੇ ਅੰਦਰਲੀ ਤਪਸ਼ ਨੂੰ ਚੰਦਨ ਦੂਰ ਕਰ ਸਕਦਾ ਹੈ, ਨਾ ਚੰਦਰਮਾ ਦੂਰ ਕਰ ਸਕਦਾ ਹੈ, ਤੇ ਨਾ ਹੀ ਮਹਾਰਾਜ ਨੇ ਕਿਹਾ ਬਾਹਰਲੀ ਠੰਡ। ਚੰਦਨ ਚੰਦ ਨਾ ਸਰਦ ਰੁੱਤ, ਸਰਦੀ ਦੀ ਰੁੱਤ, ਇਹ ਵੀ ਸਾਨੂੰ ਅੰਦਰ ਨੂੰ ਠੰਡ ਨਹੀਂ ਦੇ ਸਕਦੀ। ਸਰੀਰ ਜ਼ਰੂਰ ਇਹਦੇ ਨਾਲ ਠੰਡਾ ਹੋ ਸਕਦਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੀ ਘਾਮ, ਕਹਿੰਦੇ ਮੂਲ ਨਾ ਮਿੱਟੀ ਘਾਮ, ਅੰਦਰਲੀ ਗਰਮੀ ਤਪਸ਼ ਨਾ ਦੂਰ ਨਹੀਂ ਕਰਨੀ ਹੈ। ਹਾਂ ਕਿਵੇਂ ਦੂਰ ਹੋਏਗੀ? ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਮਹਾਰਾਜ ਕਹਿੰਦੇ ਤੂੰ ਅੰਦਰੋਂ ਸੀਤਲ ਹੋਏਗਾ ਜੇ ਨਾਮ ਜਪੇਗਾ। ਨਾਮ ਨੇ ਤੈਨੂੰ ਅੰਦਰੋਂ ਸੀਤਲ ਕਰਨਾ ਹੈ। ਤੇ ਜਿਨ੍ਹਾਂ ਨੇ ਜਪਿਆ ਗੁਰਮੁਖੋ ਇਸ ਮਹੀਨੇ 'ਚ ਉਹਨਾਂ ਨੇ ਲੋਹ ਤੇ ਚੌਂਕੜਾ ਮਾਰ ਕੇ ਵੀ ਬਾਣੀ ਗਾਈ ਹੈ। ਤਪਿਆ ਤੇ ਚੰਦੂ ਹੈ, ਤਪੀ ਤੇ ਲੋਹ ਹੈ,
ਗਰਭ ਤੇ ਅੱਗ ਹੈ, ਗਰਭ ਤੇ ਰੇਤ ਹੈ, ਤੇ ਜਿਹੜਾ ਲੋਹ ਤੇ ਚੌਗੜਾ ਮਾਰ ਕੇ ਬੈਠੇ ਹੋ ਤੇ ਬਿਲਕੁਲ ਠੰਡਾ ਹੈ ਔਰ ਸ਼ਾਂਤ ਹੈ, ਆਤਮਿਕ ਡੋਲਤਾ ਅੰਦਰ ਸਹਿਜ ਹੈ। ਉਹ ਕਹਿੰਦੇ ਚੰਦੂ ਇਹ ਤਵੀ ਵੀ ਮੈਨੂੰ ਨਹੀਂ ਤਪਾ ਸਕਦੀ ਹੈ, ਇਹ ਤੇਰੀ ਰੇਤਾ ਮੈਨੂੰ ਸਾੜ ਨਹੀਂ ਸਕਦੀ, ਕਿਉਂਕਿ ਅੰਦਰ ਸੀਤਲ ਥੀਵੈ ਨਾਨਕਾ ਜੋ ਬੰਦੜੋ ਹਰ ਨਾਮ। ਮਹਾਰਾਜ ਅੰਦਰੋਂ ਸੀਤਲ ਸਨ, ਉਹਨਾਂ ਦੇ ਅੰਦਰ ਧੀਰਜ ਹੈ, ਸਹਿਜ ਹੈ, ਸੰਤੋਖ ਹੈ, ਸੱਚ ਹੈ। ਤੇ ਮਹਾਰਾਜ ਕਹਿੰਦੇ ਅਸਾੜ ਦੇ ਮਹੀਨੇ 'ਚ ਭਾਈ ਅਸਾੜ ਤਪੰਦਾ ਤਿਸ ਲੱਗੇ, ਉਹਨਾਂ ਵਾਸਤੇ ਗਰਮੀ ਦਾ ਮਹੀਨਾ ਹੈ, ਤਪਸ਼ ਵਾਲਾ ਹੈ। ਹਰ ਨਾਹੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਅੰਦਰੋਂ ਮਾਲਕ ਦੀ ਯਾਦ ਨਹੀਂ, ਪਰਮਾਤਮਾ ਦਾ ਨਾਮ ਨਹੀਂ ਹੈ ਜੀ। ਜਗ ਜੀਵਨ ਪੁਰਖ ਤਿਆਗ ਕੈ। ਸਤਿਗੁਰੂ ਕਹਿੰਦੇ ਜਿਹਨੇ ਜਗਤ ਨੂੰ ਜੀਵਨ ਦਿੱਤਾ ਹੈ, ਉਸ ਪੁਰਖ ਨੂੰ ਤੇ ਤਿਆਗ ਹੀ ਦਿੱਤਾ ਹੈ। ਜਗ ਜੀਵਨ ਪੁਰਖ ਤਿਆਗ ਕੈ। ਗੁਰਮੁਖੋ ਰੱਬ ਇੱਕ ਹੈ, ਉਹਨੂੰ ਚੇਤੇ ਰੱਖਣਾ ਚਾਹੀਦਾ ਹੈ। ਜਿਹਨੇ ਸਾਨੂੰ ਹੀ ਜਨਮ ਦੇ ਕੇ ਨਹੀਂ ਭੇਜਿਆ, ਸਾਰਾ ਸੰਸਾਰ ਹੀ ਉਹਨੇ ਬਣਾਇਆ, ਸਾਰੀਆਂ ਸਹੂਲਤਾਂ ਸਾਨੂੰ ਉਹਨੇ ਦਿੱਤੀਆਂ। ਤੇ ਮਹਾਰਾਜ ਕਹਿੰਦੇ ਫਿਰ ਉਹਨੂੰ ਚੇਤੇ ਵੀ ਸਾਨੂੰ ਰੱਖਣਾ ਚਾਹੀਦਾ ਹੈ, ਪਰ ਉਸ ਜੀਵਨ ਦੇਣ ਵਾਲੇ ਪੁਰਖ ਨੂੰ ਅਸੀਂ ਤਿਆਗ ਦਿੱਤਾ ਹੈ ਜੀ। ਮਾਨਸ ਸੰਧੀ ਆਸ। ਸਤਿਗੁਰੂ ਕਹਿੰਦੇ ਮਾਨਸ ਤੇ ਮਨੁੱਖ ਤੇ ਆਸ ਲਾ ਕੇ ਅਸੀਂ ਬੈਠ ਗਏ। ਮਨੁੱਖ ਨੂੰ ਕੁਝ ਨਹੀਂ ਦਿੰਦਾ। ਗੁਰੂ ਦੇਣ ਵਾਲਾ ਇੱਕ ਪਰਮਾਤਮਾ ਹੈ, ਵਾਹਿਗੁਰੂ ਹੈ, ਰੱਬ ਹੈ। ਅੱਜ ਨਾ 6ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਤੇ ਸਾਡੇ ਕੋਲ ਇਤਿਹਾਸ ਹੈ ਵੀ ਮਹਾਰਾਜ ਦਾ, ਗੁਰੂ ਅਰਜਨ ਸਾਹਿਬ ਦਾ ਵਿਆਹ ਹੋ ਜਾਂਦਾ ਤੇ ਕਾਫੀ ਸਾਲ ਮਹਾਰਾਜ ਦੇ ਘਰੇ ਕੋਈ ਔਲਾਦ ਨਹੀਂ ਹੈ। ਜਦੋਂ ਔਲਾਦ ਨਹੀਂ ਹੈ ਤੇ ਇੱਕ ਦਿਨ ਬਾਬਾ ਪ੍ਰਿਥੀ ਚੰਦ, ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾ, ਗੁਰੂ ਰਾਮਦਾਸ ਮਹਾਰਾਜ ਦੇ 3 ਪੁੱਤਰ ਸਨ। ਵੱਡੇ ਬਾਬਾ ਪ੍ਰਿਥੀ ਚੰਦ, ਵਿਚਲੇ ਬਾਬਾ ਮਹਾਦੇਵ ਤੇ ਛੋਟੇ ਗੁਰੂ ਅਰਜਨ ਸਾਹਿਬ ਮਹਾਰਾਜ ਸਨ। ਤੇ ਬਾਬਾ ਪ੍ਰਿਥੀ ਚੰਦ ਜਿੱਥੇ ਲੋਭੀ ਸਨ, ਉੱਥੇ ਗੁਰਤਾ ਗੱਦੀ ਹਥਿਆਉਣਾ ਚਾਹੁੰਦੇ ਹਨ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਕੋਲ ਆ ਜਾਏ, ਵੀ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਤੇ ਮੈਂ ਹੀ ਹੈ। ਇਹਨੇ ਬੜੇ ਯਤਨ ਕੀਤੇ, ਸੁਲਭੀ ਖਾਂ ਉਹਨਾਂ ਨੂੰ ਚੜਾ ਕੇ ਲਿਆਉਂਦਾ ਰਿਹਾ ਵੀ ਮੇਰੇ ਭਰਾ ਨੂੰ ਖਤਮ ਕਰ ਦਿਓ ਤੇ ਗੱਦੀ ਮੈਨੂੰ ਦਵਾ ਦਿਓ। ਸਮਾਂ ਅੱਗੇ ਚੱਲਦਾ ਹੈ ਤੇ ਇੱਕ ਦਿਨ ਮਾਂ ਗੰਗਾ ਜੀ, ਜੋ ਵੀ ਗੁਰੂ ਘਰ ਦੇ ਅੰਦਰ, ਉਹ ਭਾਵੇਂ ਦਿਸ਼ਾਲੇ ਸਨ, ਗਹਿਣੇ ਸਨ, ਕੱਪੜੇ, ਜੋ ਵੀ ਕੀਮਤੀ ਸਮਾਨ ਸੀ, ਉਹ ਮਾਤਾ ਜੀ ਨੇ ਸੁੱਕਣੇ ਪਾਇਆ ਹੋਇਆ ਵਿਹੜੇ ਦੇ ਅੰਦਰ ਮੰਜੇ ਡਾਹ ਕੇ। ਤੇ ਬੀਬੀ ਕਰਮੋਂ ਆਪਣੀ ਛੱਤ ਤੇ ਚੜ੍ਹਦੇ ਨੇ ਤੇ ਉਹ ਸਾਰਾ ਸਮਾਨ ਵੇਖ ਕੇ ਸੜ ਮਲ ਜਾਂਦੇ ਹੈ। ਗੁਰਮੁਖੋ ਮਨੁੱਖ ਆਪ ਦੁਖੀ ਨਹੀਂ ਹੈ, ਗੁਜ਼ਾਰਾ ਚੱਲਦਾ ਸਾਰਿਆਂ ਦਾ, ਪਰ ਜਦੋਂ ਦੂਸਰਿਆਂ ਦੇ ਘਰਾਂ 'ਚ ਝਾਤੀਆਂ ਮਾਰਦਾ ਨਾ, ਫਿਰ ਦੁਖੀ ਹੋ ਜਾਂਦਾ ਵੀ ਉਹਦੇ ਕੋਲ ਜਿਹੜਾ ਉਹ ਮੇਰੇ ਕੋਲ ਹੋਣਾ ਚਾਹੀਦਾ ਹੈ। ਫਿਰ ਦੁਖੀ ਹੋ ਗਿਆ। ਅਸੀਂ ਆਪ ਵੈਸੇ ਮਤਲਬ ਦੁਖੀ ਨਹੀਂ ਹਾਂ, ਦੂਸਰੇ ਨੂੰ ਜ਼ਿਆਦਾ ਕਿਉਂ ਮਿਲਿਆ ਇਸ ਕਰਕੇ ਅਸੀਂ ਦੁਖੀ। ਉਹ ਮੈਨੂੰ ਇੱਕ ਨਿੱਕੀ ਜਿਹੀ ਘਟਨਾ ਯਾਦ ਆਈ ਵੀ ਇੱਕ ਇਹ ਜ਼ਿਮੀਂਦਾਰ ਨੇ ਨਾ ਕੋਠੀ ਪਾਉਣੀ ਤੇ ਉਹਨੇ ਮਜ਼ਦੂਰ ਲਾਇਆ ਤੇ ਲੈਂਟਰ ਪੈਣਾ ਹੈ। ਤੇ ਉਹ ਜਿਹੜਾ ਠੇਕੇਦਾਰ ਸੀ ਉਹ ਕਹਿੰਦਾ ਜੀ ਅੱਜ ਬੰਦੇ ਵੱਧ ਚਾਹੀਦੇ। ਚਲੋ ਹੁਣ ਤੇ ਮਸ਼ੀਨਾਂ ਨਾਲ ਪੈਂਦਾ, ਉਦੋਂ ਬਠਲਾਂ ਨਾਲ ਲੈਂਟਰ ਪੈਂਦਾ ਸੀ, ਪੁਰਾਣੇ ਸਮੇਂ ਦੀ ਗੱਲ ਹੈ। ਉਹ ਸਵੇਰੇ ਠੇਕੇਦਾਰ ਜਿੰਨੇ ਕੁ ਬੰਦੇ ਲਿਆਇਆ ਤੇ ਉਹ 12 ਕੁ ਵਜੇ ਤੱਕ ਉਹਨਾਂ ਨੂੰ ਦੱਸਿਆ ਵੀ ਕੰਮ ਜ਼ਿਆਦਾ ਹੈ ਤੇ ਇੰਨੇ ਬੰਦਿਆਂ ਨਾਲ ਤੇ ਕੰਮ ਸਿਰੇ ਨਹੀਂ ਲੱਗਣਾ। ਉਹ ਘਰ ਵਾਲੇ ਨੂੰ ਕਹਿੰਦੇ ਜੀ ਆਪਾਂ ਨੂੰ 5 ਕੁ ਮਜ਼ਦੂਰ ਹੋਰ ਚਾਹੀਦੇ ਹੈ। ਉਹ ਘਰ ਵਾਲਾ ਕਹਿੰਦਾ ਜੀ ਠੀਕ। 10 ਮਜ਼ਦੂਰ ਸਵੇਰੇ ਆਏ, 5 ਉਹਨਾਂ ਨੇ 12 ਵਜੇ ਮੰਗਵਾ ਲਏ, 15 ਹੋ ਗਏ। ਉਹ ਜਦੋਂ 4 ਕੁ ਵਜੇ ਨਾ ਐਂ ਲੱਗਾ ਵੀ ਹਜੇ ਵੀ ਕੰਮ ਸਿਰੇ ਨਹੀਂ ਲੱਗਣਾ, ਉਹ ਕਹਿੰਦੇ ਜੀ ਆਪਾਂ ਨੂੰ 4 ਕੁ ਵਜੇ ਕਹਿੰਦੇ 5 ਕੁ ਮਜ਼ਦੂਰ ਹੋਰ ਚਾਹੀਦੇ ਆ। ਕਹਿੰਦੇ ਜੀ ਠੀਕ ਹੈ, ਉਹ ਵੀ ਸੱਦ ਲਏ। ਉਹ ਰਾਤ ਨੂੰ ਸਾਰਾ ਕੰਮ ਜਿਹੜਾ ਸੰਪੂਰਨ ਹੋ ਗਿਆ, ਲੈਂਟਰ ਪੈ ਗਿਆ ਤੇ ਮਾਲਕ ਬੜਾ ਖੁਸ਼ ਹੈ ਘਰ ਵਾਲਾ। ਕੁਝ ਖੁਸ਼ੀਆਂ ਹੁੰਦੀਆਂ ਜਿਹੜੀਆਂ ਅਸੀਂ ਆਪਣੇ ਅੰਦਰ ਮਹਿਸੂਸ ਕਰਦੇ ਆ, ਉਹ ਕਿਸੇ ਨਾਲ ਸ਼ੇਅਰ ਵੀ ਨਹੀਂ ਹੁੰਦੀਆਂ ਔਰ ਦੱਸੀਆਂ ਵੀ ਨਹੀਂ ਜਾਂਦੀਆਂ। ਕੁਝ ਬੰਦਾ ਆਪਣੇ ਆਪ 'ਚ ਖੁਸ਼ੀ ਜਦੋਂ ਹੁੰਦਾ ਹੈ ਨਾ, ਉਹ ਖੁਸ਼ੀਆਂ ਕਿਸੇ ਨਾਲ ਆਪਾਂ ਸ਼ੇਅਰ ਨਹੀਂ ਕਰ ਸਕਦੇ। ਉਹ ਬੰਦਾ ਆਪ ਪਿੰਡੇ 'ਤੇ ਮਹਿਸੂਸ ਹੀ ਕਰਦਾ ਆਤਮਿਕ ਤੌਰ 'ਤੇ। ਉਹ ਘਰ ਵਾਲਾ ਬੜਾ ਖੁਸ਼ ਹੈ ਵੀ ਭਾਈ ਅੱਜ ਕਾਰਜ ਸਿਰੇ ਲੱਗ ਗਿਆ, ਲੱਗਦਾ ਨਹੀਂ ਵੀ ਸਿਰੇ ਲੱਗੇਗਾ। ਤੇ ਉਹਨੇ ਮਜ਼ਦੂਰਾਂ ਨੂੰ ਦਿਹਾੜੀ ਦੇਣੀ ਸੀ ਤੇ ਕਹਿੰਦਾ ਵੀ ਹਾਂ ਭਾਈ ਕਿੰਨੇ ਪੈਸੇ। ਜਿਹੜੇ ਸਵੇਰੇ ਆਏ ਹਨ ਉਹਨਾਂ ਨੇ ਆਪਣੀ ਦਿਹਾੜੀ ਦੱਸੀ ਵੀ 500 ਰੁਪਈਆ ਹੈ ਵੀ ਸਾਡੀ ਦਿਹਾੜੀ। ਤੇ ਉਹਨੇ 500 ਦੀ ਥਾਂ ਤੇ ਨਾ 600 ਰੁਪਈਆ ਉਹਨਾਂ ਨੂੰ ਦਿੱਤਾ ਵੀ ਅੱਜ ਮੇਰਾ ਕੰਮ ਹੋ ਗਿਆ। ਉਹ ਬੜੇ ਖੁਸ਼ ਪਹਿਲੇ ਵੀ ਸਾਨੂੰ 100 ਰੁਪਈਆ ਅੱਜ ਦਿਹਾੜੀ ਨਾਲੋਂ ਵੱਧ ਮਿਲਿਆ ਹੈ। ਇਹ ਵੀ ਇੱਕ ਖੁਸ਼ੀ ਹੈ, ਦੇਣ ਵਾਲੇ ਨੂੰ ਵੀ ਖੁਸ਼ੀ ਹੈ ਤੇ ਉਹਨਾਂ ਨੂੰ ਲੈਣ ਵਾਲੇ ਨੂੰ ਵੀ ਖੁਸ਼ੀ ਹੈ, ਬੜੇ ਖੁਸ਼ ਹੈ।
ਉਹ ਸਵੇਰ ਵਾਲਿਆਂ ਨੇ 10 ਬੰਦਿਆਂ ਨੇ ਦਿਹਾੜੀ ਲਈ ਤੇ ਜਿਹੜੇ 12 ਵਜੇ ਆਏ ਨੇ ਉਹਨਾਂ ਨੂੰ ਪੁੱਛਦਾ ਦੱਸੋ ਵੀ ਤੁਹਾਡੇ ਪੈਸੇ ਕਿੰਨੇ, ਉਹਨਾਂ ਦੀ ਦਿਹਾੜੀ ਅੱਧੀ ਲੱਗੀ ਸੀ। ਕਹਿੰਦੇ ਸਾਡੇ ਤਾਂ ਫਿਰ 300 ਰੁਪਈਆ ਬਣਦਾ, ਉਹਨੇ 600 ਰੁਪਈਆ ਉਹਨਾਂ ਨੂੰ ਵੀ ਦੇ ਦਿੱਤਾ। ਕਹਿੰਦੇ ਨਹੀਂ ਤੁਹਾਨੂੰ ਵੀ ਪੂਰੀ ਦਿਹਾੜੀ। ਹੁਣ ਪਹਿਲਿਆਂ ਦੀ ਖੁਸ਼ੀ ਚਲੀ ਗਈ ਵੀ ਇਹਨਾਂ ਨੂੰ ਕਿਉਂ ਪੂਰੇ ਪੈਸੇ ਦੇਤੇ, ਅਸੀਂ ਤਾਂ ਸਾਰਾ ਦਿਨ ਕੰਮ ਕੀਤਾ, ਇਹਨਾਂ ਨੇ ਤੇ ਅੱਧੀ ਦਿਹਾੜੀ ਲਾਈ ਹੈ। ਪਹਿਲਾਂ ਖੁਸ਼ੀ ਸਨ, ਉਹਨਾਂ ਨੂੰ 100 ਰੁਪਈਆ ਵੱਧ ਮਿਲਿਆ। ਉਦੋਂ ਦੁਖੀ ਹੋ ਗਏ ਜਦੋਂ ਦੂਸਰਿਆਂ ਨੂੰ ਪੈਸੇ ਵੱਧ ਮਿਲੇ। ਤੇ ਉਹ ਜਿਹੜੇ 4 ਵਜੇ ਆਏ ਹਨ, ਉਹ ਘਰ ਵਾਲਾ ਕਹਿੰਦਾ ਵੀ ਤੁਹਾਡੇ ਪੈਸੇ, ਉਹ ਕਹਿੰਦੇ ਵੀ ਸਾਡੇ ਤਾਂ ਫਿਰ ਥੋੜ੍ਹੇ ਹੀ ਬਣਦੇ ਆ। ਉਹ ਕਹਿੰਦਾ ਨਹੀਂ ਤੁਸੀਂ ਵੀ ਪੂਰੀ ਦਿਹਾੜੀ। ਪਹਿਲਾਂ ਤਾਂ ਫਿਰ 12 ਵਜੇ ਵਾਲੇ ਬੜੇ ਖੁਸ਼, ਕਹਿੰਦੇ ਵੀ ਲੈ ਸਾਨੂੰ ਅੱਧੀ ਦਿਹਾੜੀ ਦੇ ਵੀ ਡਬਲ ਪੈਸੇ ਮਿਲ ਗਏ। ਉਹ ਫਿਰ ਜਦੋਂ ਤੀਸਰੇ 4 ਵਜੇ ਵਾਲਿਆਂ ਨੂੰ ਉਹਨਾਂ ਨੂੰ ਕਹਿੰਦਾ ਤੁਸੀਂ ਵੀ ਪੂਰੇ ਪੈਸੇ ਲਓ। ਹੁਣ 12 ਵਜੇ ਵਾਲੇ ਵੀ ਦੁਖੀ ਹੋ ਗਏ, ਕਹਿੰਦੇ ਸਾਡੇ ਨਾਲੋਂ ਵੱਧ 4 ਵਜੇ ਵਾਲਿਆਂ ਨੂੰ ਮਿਲ ਗਏ। ਇਹਦਾ ਮਤਲਬ ਅਸੀਂ ਤੇ ਖੁਸ਼ ਹੀ ਸਾਂ, ਅਸੀਂ ਦੁਖੀ ਉਦੋਂ ਹੈ ਜਦੋਂ ਅਸੀਂ ਗਵਾਂਢੀ ਦੇ ਘਰ 'ਚ ਨਿਗਾਹ ਮਾਰੀ ਵੀ ਇਹਨੂੰ ਜ਼ਿਆਦਾ ਕਿਉਂ ਮਿਲੇ ਹੈ। ਸਾਡਾ ਦੁਖੀ ਹੋਣ ਦਾ ਕਾਰਨ ਇਹ ਹੈ ਬੀਬੀ ਕਰਮੋਂ ਮਾਂ ਗੰਗਾ ਜੀ ਦੇ ਘਰੇ ਪਏ ਪਦਾਰਥਾਂ ਨੂੰ ਵੇਖ ਕੇ ਦੁਖੀ ਹੋ ਗਏ, ਤੇ ਮੇਰੇ ਕੋਲ ਹੋਣੇ ਚਾਹੀਦੇ ਹੈ। ਜਾ ਕੇ ਬਾਬੇ ਪ੍ਰਿਥੀ ਚੰਦ ਨੂੰ ਕਹਿੰਦੇ ਹੈ, ਕਹਿੰਦੇ ਜੀ ਤੁਸੀਂ ਨਲਾਇਕ ਸੀ, ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਤੇ ਤੁਸੀਂ ਹੀ, ਤੇ ਜੇ ਤੁਸੀਂ ਸੇਵਾ ਕਰਦੇ ਤੇ ਅੱਜ ਗੁਰਤਾ ਗੱਦੀ ਤੁਹਾਡੇ ਕੋਲ ਹੁੰਦੀ, ਤੇ ਜੋ ਵੇਖ ਕੇ ਆਈ ਹੈ ਉਹਦੀ ਮਾਲਕਣ ਮੈਂ ਹੁੰਦੀ। ਬੀਬੀ ਕਰਮੋਂ ਨੇ ਬੋਲ ਕੇ, ਤੇ ਬਾਬੇ ਪ੍ਰਿਥੀ ਚੰਦ ਨੇ, ਕਈ ਵਾਰੀ ਨਾ ਬੰਦਾ ਉਹ ਘਰੇ ਮਕਾਲ ਨਾ ਪੈ ਜਾਏ ਨਾ, ਫਿਰ ਕੁਝ ਇਹੋ ਜਿਹੀਆਂ ਗੱਲਾਂ ਕਰਦਾ ਉਹਨੂੰ ਖੁਸ਼ ਕਰਨ ਵਾਸਤੇ ਘਰ ਵਾਲਿਆਂ ਨੂੰ ਵੀ ਚਲੋ ਹੁਣ ਮਕਾਲ ਜ਼ਰੂਰ ਪਾਉਣੀ। ਉਹ ਕਹਿੰਦਾ ਕੋਈ ਨਹੀਂ ਕਰਮੋਂ, ਤੂੰ ਹੌਸਲਾ ਰੱਖ, ਇੰਨੇ ਸਾਲ ਤੇ ਅਰਜਨ ਦੇ ਵਿਆਹ ਨੂੰ ਹੋ ਗਏ ਨੇ, ਗੰਗਾ ਦੇ ਵਿਆਹ ਨੂੰ ਹੋ ਗਏ ਨੇ, ਇਹਨਾਂ ਘਰੇ ਕਿਹੜੀ ਔਲਾਦ, ਇਹਨਾਂ ਤੇ ਇਸ ਤਰ੍ਹਾਂ ਹੀ ਔਂਤਰਿਆ ਹੀ ਸ਼ਬਦ ਜਿਹੜਾ ਵਰਤਿਆ ਇਤਿਹਾਸ ਦੇ ਅੰਦਰ ਵੀ ਤੁਰ ਜਾਣਾ, ਇਹ ਤੇਰਾ ਹੀ ਹੋਣਾ ਸਾਰਾ ਕੁਝ, ਤੇਰੇ ਪੁੱਤਰ ਨੇ ਮਾਲਕ ਬਣਨਾ ਸਾਰਾ ਕੁਝ ਦਾ। ਇਹਨਾਂ ਦਾ ਇੱਕ ਪੁੱਤਰ ਸੀ ਮਿਹਰਬਾਨ। ਹੁਣ ਜਦੋਂ ਉਹਨਾਂ ਦੇ ਘਰੇ ਇਹ ਗੱਲ ਚੱਲੀ ਵੀ ਇਹਨਾਂ ਨੇ ਇਸ ਤਰ੍ਹਾਂ ਤੁਰ ਜਾਣਾ, ਨੌਕਰਾਣੀ ਨੇ ਗੱਲ ਸੁਣ ਲਈ, ਉਹਨੇ ਮਾਂ ਗੰਗਾ ਜੀ ਨੂੰ ਅਗਲੇ ਦਿਨ ਦੱਸਤਾ ਵੀ ਤੁਹਾਡੇ ਸ਼ਰੀਕ ਤੁਹਾਡੇ ਮਰਨ ਦੀ ਵੇਟ ਕਰ ਰਹੇ ਹੈ। ਤੇ ਮਾਂ ਗੰਗਾ ਨੂੰ ਸੁਭਾਵ ਕੇ ਦੁੱਖ ਤੇ ਲੱਗਣਾ ਹੀ ਵੀ ਸਾਡੇ ਆਪਣੇ ਕੀ ਸੋਚ ਰਹੇ ਨੇ ਸਾਡੇ ਬਾਰੇ। ਜਿਹਦੇ ਘਰੇ ਉਹ ਔਲਾਦ ਨਾ ਹੋਵੇ ਤੇ ਉਹਨੂੰ ਕੋਈ ਤਾਨਾ ਮਾਰੇ, ਉਹਨੂੰ ਬੜਾ ਦੁੱਖ ਹੁੰਦਾ ਇਸ ਗੱਲ ਦਾ। ਮਾਤਾ ਸਾਹਿਬ ਕੌਰ ਨਾ, ਉਹ ਪਹਿਲਾਂ ਦੇ ਮਹਾਰਾਜ ਨੇ ਕਿਹਾ ਹੈ ਵੀ ਤੁਹਾਡੇ ਨਾਲ ਸਾਡਾ ਸਰੀਰਕ ਸੰਬੰਧ ਨਹੀਂ, ਆਤਮਿਕ ਰਿਸ਼ਤਾ ਹੋਏਗਾ। ਤੇ ਜਦੋਂ ਉਹਨਾਂ ਦੂਸਰਿਆਂ ਦੇ ਪੁੱਤਰ ਵੇਖੇ ਤੇ ਇੱਕ ਦਿਨ ਬੇਨਤੀ ਕਰ ਦਿੱਤੀ, ਮਹਾਰਾਜ ਮੇਰਾ ਪੁੱਤਰ ਹੋਣਾ ਵੀ ਜ਼ਰੂਰੀ ਹੈ। ਤੇ ਮਹਾਰਾਜ ਨੇ ਕਿਹਾ ਸੀ ਸਾਰਾ ਖਾਲਸਾ ਹੀ ਤੁਹਾਡਾ ਪੁੱਤਰ ਹੋਏਗਾ। ਭਾਵ ਕਿ ਜਿਹਦੇ ਕੋਲ ਨਹੀਂ ਔਲਾਦ ਹੈਗੀ ਨਾ, ਉਹਦੇ ਅੰਦਰ ਕਿਤੇ ਨਾ ਕਿਤੇ ਇੱਛਾ ਪ੍ਰਗਟ ਹੋ ਜਾਂਦੀ ਹੈ। ਮਾਂ ਗੰਗਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ। ਚਲੋ ਕਈ ਇਤਿਹਾਸਕਾਰ ਕਹਿੰਦੇ ਵੀ ਉਹਨਾਂ ਨੇ ਆਪਣੇ ਆਪ ਨੂੰ ਛੁਪਾਉਣ ਦਾ ਵੀ ਯਤਨ ਕੀਤਾ ਵੀ ਜਿਹੜੀ ਅੰਦਰ ਦੀ ਗੱਲ ਮਹਾਰਾਜ ਸਾਹਮਣੇ ਕੀ ਪ੍ਰਗਟ ਕਰਨੀ ਹੈ। ਪਰ ਮਹਾਰਾਜ ਨੇ ਕਿਹਾ ਗੰਗਾ ਕੀ ਗੱਲ ਹੈ, ਤੁਹਾਡੇ ਚਿਹਰੇ ਤੇ ਰੌਣਕ ਨਹੀਂ। ਕਹਿੰਦੀ ਸਤਿਗੁਰੂ ਜੀ ਕੋਈ ਗੱਲ ਨਹੀਂ। ਗੰਗਾ ਕੋਈ ਤੇ ਗੱਲ ਹੈ, ਦੱਸੋ। ਤੇ ਉਹਨਾਂ ਦਾ ਰੋਣ ਨਿਕਲ ਗਿਆ, ਬੋਲਣ ਲੱਗਿਆ ਮਾਂ ਗੰਗਾ ਦਾ, ਕਹਿੰਦੇ ਜੀ ਸਾਡੇ ਸ਼ਰੀਕ ਤੇ ਸਾਡੇ ਮਰਨ ਦੀ ਉਡੀਕ ਕਰ ਰਹੇ। ਮਹਾਰਾਜ ਕਹਿੰਦੇ ਗੰਗਾ ਕੀ ਗੱਲ ਹੋ ਗਈ। ਕਹਿੰਦੇ ਜੀ ਉਹ ਅੱਜ ਬਾਬੇ ਪ੍ਰਿਥੀ ਚੰਦ ਦੇ ਕਰਮੋਂ ਨੇ ਆਹ ਬੋਲੇ ਨੇ ਵੀ ਇਹਨਾਂ ਇਸ ਤਰ੍ਹਾਂ ਹੀ ਤੁਰ ਜਾਣਾ। ਮਹਾਰਾਜ ਹੱਸ ਪਏ, ਕਹਿਣ ਲੱਗੇ ਬੰਦਾ ਜੋ ਸੋਚਦਾ ਜਾਂ ਕਹਿੰਦੇ ਗੰਗਾ ਉਹ ਨਹੀਂ ਹੁੰਦਾ, ਹੁੰਦਾ ਉਹ ਜੋ ਪ੍ਰਮਾਤਮਾ। ਜੰਮਣਾ ਤੇ ਮਰਨਾ ਤੇਰਾ ਵਾਹਿਗੁਰੂ ਦੇ ਹੱਥ ਹੈ, ਕਿਹਨੂੰ ਭੇਜਣਾ ਕਿੰਨੇ ਜਾਣਾ, ਇਹ ਬੰਦੇ ਦੇ ਕਹਿਣ ਨਾਲ ਥੋੜ੍ਹੀ ਹੋਣਾ। ਤੁਸੀਂ ਹੌਸਲਾ ਰੱਖੋ, ਫਿਰ ਸਤਿਗੁਰੂ ਅਸੀਂ ਇਸ ਤਰ੍ਹਾਂ ਹੀ ਜਾਵਾਂਗੇ। ਮਹਾਰਾਜ ਕਹਿੰਦੇ ਗੰਗਾ ਐਂ ਕਰੋ ਵੀ ਜੇ ਕੋਈ ਇੱਛਾ ਤੇ ਤੁਸੀਂ ਬਾਬਾ ਬੁੱਢਾ ਜੀ ਦੇ ਕੋਲ ਜਾਓ। ਬਾਬਾ ਬੁੱਢਾ ਜੀ ਦੀ ਰਸਨਾ ਤੇ ਗੁਰੂ ਨਾਨਕ ਸਾਹਿਬ ਬੈਠੇ। ਉਹਨਾਂ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੇ, ਬੁੱਢਿਆ ਤੇ ਇੱਥੋਂ ਓਲੇ ਕਦੇ ਨਾ ਹੋ ਸਕਦੇ, ਤੇਰੇ ਤੋਂ ਦੂਰ ਨਹੀਂ ਹੋਵਾਂਗੇ। ਤੇ ਜਿਹੜੀਆਂ ਤਵਾ ਦੀ ਖਾਏ ਕਹਿੰਦੀਆਂ ਵੀ 2 ਵਾਰੀ ਮਾਤਾ ਗੰਗਾ ਜੀ ਗਏ। ਪਹਿਲੀ ਵਾਰੀ ਗਏ ਤੇ ਉਹ ਰੱਥ ਤੇ ਚੜ੍ਹ ਕੇ ਗਏ ਵੀ ਲੇਟ। ਤੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਰਹੇ ਵੀ ਪ੍ਰਸ਼ਾਦਾ ਛਕੋ ਜੀ। ਬਾਬਾ ਬੁੱਢਾ ਜੀ ਕਹਿੰਦੇ ਜੀ ਪ੍ਰਸ਼ਾਦੇ ਦੀ ਤੇ ਭੁੱਖ ਹੀ ਨਹੀਂ ਹੈ। ਉਹ ਫਿਰ ਕਹਿੰਦੇ ਜੀ ਛਕੋ। ਬਾਬਾ ਬੁੱਢਾ ਜੀ ਨੇ ਫਿਰ ਉਹ ਜਿਹੜਾ ਰਥਵਾਈ ਸੀ ਨਾ ਜਿਸ ਰੱਥ ਤੇ ਮਾਂ ਗੰਗਾ ਜੀ ਗਏ, ਤੇ ਉਹ ਵੀ ਵਾਰ-ਵਾਰ ਕਹਿੰਦਾ ਬਾਬਾ ਜੀ ਤੁਸੀਂ ਸਤਿਕਾਰ ਕਰੋ, ਇਹ ਗੁਰੂ ਅਰਜਨ ਸਾਹਿਬ ਦੇ ਮਹਿਲ ਆਏ ਨੇ। ਤੇ ਉਹ ਬਾਬਾ ਬੁੱਢਾ ਜੀ ਨੇ ਉਹਨੂੰ ਬੋਲਿਆ, ਕਹਿੰਦੇ ਮੋਟੀ ਚਮੜੀ ਵਾਲਿਆ ਤੈਨੂੰ ਅੰਦਰ ਦੀ ਗੱਲ ਦਾ ਨਹੀਂ ਪਤਾ, ਤੂੰ ਚੁੱਪ ਕਰਕੇ ਬੈਠ ਜਾ। ਉਹ ਜਿਹੜਾ ਰਥਵਾਈ ਵਾਰ-ਵਾਰ ਕਹਿੰਦਾ ਸੀ ਉਹਨੂੰ ਐ ਵੀ ਮਾਂ ਗੰਗਾ ਜੀ ਆਏ ਨੇ, ਬਾਬਾ ਬੁੱਢਾ ਜੀ ਨੂੰ ਸਤਿਕਾਰ ਹੀ ਨਹੀਂ ਕਰਨਾ ਆਉਂਦਾ ਇਹਨਾਂ ਦਾ। ਤੇ ਬਾਬਾ ਬੁੱਢਾ ਜੀ ਨੇ ਤੀਸਰੀ ਵਾਰੀ ਜਦੋਂ ਕਿਹਾ ਸ਼ਬਦ ਵਰਤਿਆ ਸੀ ਮੋਟੀ ਚਮੜੀ ਵਾਲਿਆ, ਅੰਦਰ ਦੀ ਕੀ ਗੱਲ ਹੈ ਤੂੰ ਇਹਦੇ ਬਾਰੇ ਜਾਣਦਾ ਨਹੀਂ ਹੈ, ਤੂੰ ਆਪਣਾ ਕੰਮ ਕਰ। ਜਦੋਂ ਵਾਪਸ ਆਏ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਹੀ ਨਹੀਂ ਛਕਿਆ।
ਮਾਂ ਗੰਗਾ ਜੀ ਗੁਰੂ ਅਰਜਨ ਸਾਹਿਬ ਜੀ ਕੋਲ ਆਏ। ਜਿਹੜੀਆਂ ਤਵਾ ਦਿਖਾਂ 'ਚ ਇਹ ਹੈ ਮਿਲਦਾ ਜਿਹੜਾ ਇਤਿਹਾਸ ਹੈ। ਮਹਾਰਾਜ ਕਹਿੰਦੇ ਕਿਵੇਂ ਗਏ, ਉਹਨਾਂ ਦੇ ਪ੍ਰਸ਼ਾਦਾ ਨਹੀਂ ਛਕਿਆ। ਕਹਿੰਦੇ ਜੀ ਮਹਾਰਾਜ ਕਹਿੰਦੇ ਕਿੰਨੇ ਵਜੇ ਪਹੁੰਚੇ ਸੀ? ਕਹਿੰਦੇ ਜੀ ਦੁਪਹਿਰ 1 ਵਜੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ 1 ਵਜੇ ਕੋਈ ਪ੍ਰਸ਼ਾਦਾ ਛਕਣ ਦਾ ਟਾਈਮ ਹੁੰਦਾ ਹੈ? ਪ੍ਰਸ਼ਾਦਾ ਤੇ ਫਿਰ ਸਤਿਗੁਰੂ ਜੀ ਹੁਕਮ ਆ। ਮਾਂ ਗੰਗਾ ਜੀ ਨੂੰ ਗੁਰੂ ਸਾਹਿਬ ਜੀ ਕਹਿੰਦੇ ਇਤਿਹਾਸ ਨੂੰ ਬੋਲਨੇ ਵੀ ਅੰਮ੍ਰਿਤ ਵੇਲੇ ਉੱਠਣਾ ਹੈ, ਰਾਤ ਨੂੰ ਥੋੜੇ ਜਿਹੇ ਕਣਕ ਦੇ ਦਾਣੇ ਪਾਉਣੇ ਨੇ, ਥੋੜੇ ਜਿਹੇ ਛੋਲੇ ਪਾਉਣੇ ਨੇ, ਉਹਨਾਂ ਨੂੰ ਹੱਥੀਂ ਪੀਣਾ, ਫਿਰ ਸਵੇਰੇ ਉਹਨਾਂ ਦਾ ਆਟਾ ਗੁੰਨ ਕੇ ਪ੍ਰਸ਼ਾਦੇ ਤਿਆਰ ਕਰੋ। ਕਣਕ ਤੇ ਛੋਲਿਆਂ ਨੂੰ ਬਣਾ ਕੇ ਇਹਨਾਂ ਦਾ ਆਟਾ ਜਿਹੜਾ ਨਾਲ ਗੰਢੇ ਲੈ ਲਿਓ, ਚਾਰ ਲੈ ਲਿਓ, ਵਿੱਚ ਗੰਢੇ ਪਾ ਕੇ ਪਿਸੇ ਪ੍ਰਸ਼ਾਦੇ ਤਿਆਰ ਕਰਿਓ, ਫਿਰ ਲੱਸੀ ਨਾਲ ਦਿਓ ਤੇ ਤੁਸੀਂ ਪ੍ਰਸ਼ਾਦੇ ਦੇ ਟਾਈਮ ਉੱਥੇ ਪਹੁੰਚਣਾ ਹੈ ਮਹਾਰਾਜ ਸਾਹਿਬ। ਔਰ ਨੰਗੇ ਪੈਰੀ ਜਾਣਾ। 16 ਕਿਲੋਮੀਟਰ ਦਾ ਸਫ਼ਰ ਸੀ ਜੀ, ਜਿੱਥੋਂ ਮਾਤਾ ਗੰਗਾ ਜੀ ਚੱਲੇ ਬੀੜ ਬਾਬਾ ਬੁੱਢਾ ਸਾਹਿਬ। ਨੰਗੇ ਪੈਰੀ ਜਾਂਦੇ ਨੇ ਤੇ ਅੱਜ ਬਾਬਾ ਬੁੱਢਾ ਜੀ ਖੇਤ ਬੈਠੇ ਨੇ ਤੇ ਆਪਣੇ ਸੇਵਕ ਨੂੰ ਕਹਿੰਦੇ ਭਾਈ ਅੱਜ ਤੇ ਭੁੱਖ ਬੜੀ ਲੱਗੀ ਹੈ, ਪ੍ਰਸ਼ਾਦਾ ਬਾਬਾ ਜੀ ਕੱਲ ਤੁਸੀਂ ਛਕਿਆ ਨਹੀਂ। ਮਾਂ ਗੰਗਾ ਜੀ ਆਏ ਤੇ ਮਹਾਰਾਜ ਕਹਿੰਦੇ ਸਾਡੀ ਭੁੱਖ ਦਾ ਗੁਰੂ ਨੂੰ ਪਤਾ ਹੈ। ਸੇਵਕ ਨੂੰ ਕਹਿੰਦੇ ਅੱਜ ਪ੍ਰਸ਼ਾਦਾ ਗੁਰੂ ਘਰੋਂ ਹੀ ਆ ਰਿਹਾ। ਮਾਤਾ ਗੰਗਾ ਜੀ ਨੂੰ ਦੂਰੋਂ ਨੰਗੇ ਪੈਰੀ ਆਉਂਦਿਆਂ ਵੇਖਿਆ। ਬਾਬਾ ਬੁੱਢਾ ਜੀ ਉੱਠ ਕੇ ਅੱਗੇ ਚਲੇ ਗਏ ਤੇ ਬਾਬਾ ਬੁੱਢਾ ਜੀ ਨੇ ਕਿਹਾ ਮਾਂ ਨੂੰ ਪਤਾ ਹੈ ਪੁੱਤ ਨੂੰ ਭੁੱਖ ਕਦੋਂ ਲੱਗਦੀ ਹੈ। ਹਾਲਾਂਕਿ ਬਾਬਾ ਬੁੱਢਾ ਜੀ ਦੇ ਮਾਤਾ ਗੰਗਾ ਨਾਲ ਉਮਰ ਕਰਕੇ ਬਹੁਤ ਜ਼ਿਆਦਾ ਵੱਡੇ ਹਨ। ਇਹ ਵੀ ਇੱਕ ਬਾਬਾ ਬੁੱਢਾ ਜੀ ਦੀ ਬਹੁਤ ਵੱਡੀ ਸਿਆਣਪ ਸੀ ਗੁਰਮੁਖੋ। ਮੰਨ ਲਓ ਵੀ ਮੇਰੇ ਤੋਂ ਕੋਈ ਛੋਟੀ ਉਮਰ ਦੀ ਬੱਚੀ ਸਾਹਮਣੇ ਆਉਂਦੀ ਹੈ ਤੇ ਮੈਂ ਦੂਰੋਂ ਵੇਖ ਕੇ ਕਹਾਂ ਵੀ ਇਹ ਮੇਰੀ ਧੀ ਆਉਂਦੀ ਹੈ, ਧੀ ਕਹਿੰਦੇ ਆ ਮਨ 'ਚ ਵਕਾਰ ਨਹੀਂ ਆਏਗਾ। ਇਹ ਬਾਬਾ ਬੁੱਢਾ ਜੀ ਬੜੀ ਸੋਚ ਸੀ। ਉਹਨਾਂ ਨੇ ਛੋਟੀ ਉਮਰ ਨੂੰ ਮਾਂ ਕਿਹਾ ਵੀ ਕੋਈ ਔਰਤ ਸਾਨੂੰ ਮਿਲਣ ਵਾਸਤੇ ਆ ਰਹੀ, ਇਹਨੂੰ ਪਹਿਲਾਂ ਹੀ ਮਾਂ ਕਹੋ ਦੂਰ ਤੋਂ। ਜਦੋਂ ਮਾਂ ਕਹਿ ਦਿੱਤਾ ਫਿਰ ਤੇ ਪਿੱਛੇ ਗੱਲ ਹੀ ਕੋਈ ਨਹੀਂ ਰਹੇਗੀ। ਸਾਡੀ ਮਾਂ ਅਲੱਗ ਉਮਰ ਦਾ ਬਹੁਤ ਫਰਕ ਹੈ ਬਾਬਾ ਬੁੱਢਾ ਜੀ ਦਾ ਮਾਤਾ ਗੰਗਾ ਜੀ ਦਾ, ਪਰ ਮਾਂ ਕਹਿੰਦੇ ਨੇ ਮਾਤਾ ਗੰਗਾ ਜੀ ਨੂੰ। ਮਾਂ ਨੂੰ ਪਤਾ ਹੈ ਬੇਟੇ ਨੂੰ ਕਦੋਂ ਭੁੱਖ ਲੱਗਦੀ ਹੈ। ਕੋਈ ਛਾਬਾ ਲਾਇਆ ਸਿਰ ਤੋਂ, ਜਦੋਂ ਸ਼ਕਨ ਲੱਗੇ ਬਾਬਾ ਬੁੱਢਾ ਜੀ, ਉਹ ਇੱਕ ਨਾ ਮੈਂ ਕਿਸੇ ਦੇ ਘਰੇ ਗਿਆ ਤੇ ਉਹ ਕਹਿੰਦੇ ਜੀ ਅਸੀਂ ਤਾਂ ਇੰਨੇ ਚਿਰ ਤੋਂ ਬਾਬਾ ਬੁੱਢਾ ਜੀ ਦੇ ਸਥਾਨ ਤੇ ਜਾਂਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੋਈ ਹੈ ਵੀ ਪੁੱਤਰ ਨਹੀਂ ਹੈਗਾ ਤੇ ਅਰਦਾਸ। ਉਹ ਅਸੀਂ 5 ਸਿੰਘ ਗਏ ਉਹਨਾਂ ਦੇ ਘਰੇ, ਮੈਂ ਨਾਂ ਨਹੀਂ ਲਾਂਗਾ ਕਿਹਦੇ ਘਰੇ। ਤੇ ਮੈਂ ਕਿਹਾ ਚਲੋ ਤੁਸੀਂ ਜਾਂਦੇ ਹੋ ਉੱਥੇ ਚੰਗੀ ਗੱਲ ਹੈ, ਕਿੰਨੇ ਵਜੇ ਜਾਂਦੇ ਹੋ? ਕਹਿੰਦੇ ਜੀ 12-1 ਵਜੇ ਪਹੁੰਚ ਜਾਈਦਾ। ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ, ਮੈਂ ਕਿਹਾ 12-1 ਵਜੇ ਕੋਈ ਪ੍ਰਸ਼ਾਦਾ ਛਕਣ ਦਾ ਟਾਈਮ ਨਹੀਂ ਹੁੰਦਾ, ਤੁਸੀਂ ਮਾਤਾ ਗੰਗਾ ਜੀ ਦੇ ਵਾਂਗੂ ਇੱਕ ਵਾਰੀ ਜਾ ਕੇ ਵੇਖੋ। ਫਿਰ ਬਾਬਾ ਬੁੱਢਾ ਜੀ ਦੇ ਕੋਲ ਏਸੀ ਛੱਡ ਕੇ ਜਾਂਦੇ ਹੋ, ਗਾਣੇ ਹੋ ਸਕਦੇ ਤੁਹਾਡੀ ਗੱਡੀ 'ਚ ਲੱਗੇ ਹੋਣ ਤੇ ਉੱਥੇ ਤਾਂ ਆ ਕੇ ਕਹਿੰਦੇ ਬਾਬਾ ਜੀ ਪੁੱਤ ਨਹੀਂ ਮਿਲਿਆ, ਮਾਤਾ ਗੰਗਾ ਵਰਗੀ ਭਾਵਨਾ ਤੇ ਅੰਦਰ ਲੈ ਕੇ ਜਾਓ, ਪੁੱਤਰ ਫੇਰ ਹੀ ਮਿਲਣਾ। ਉਹਦੇ ਅੰਮ੍ਰਿਤ ਵੇਲੇ 2:30 ਵਜੇ ਉੱਠੇ ਹਨ। ਉਹ ਮਹਾਂਪੁਰਖ ਨਾਨਕ ਸਾਹਿਬ ਵਾਲੇ ਬਾਬਾ ਆਨੰਦ ਸਿੰਘ ਜੀ ਗਏ ਆਗ ਦੇ ਪ੍ਰਚਾਰ ਕਰਨ ਵਾਸਤੇ। ਉੱਥੇ ਇੱਕ ਮਾਈ ਆਈ, ਉਹ ਕਹਿੰਦੀ ਜੀ ਸਵੇਰੇ ਜਿਹੜਾ ਭੋਗ ਤੁਸੀਂ ਲਾਉਂਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਸ਼ਾਦੇ ਦਾ ਜੀ, ਉਹ ਥਾਲ ਸਾਡੇ ਘਰੋਂ ਪ੍ਰਵਾਨ ਕਰੋ। ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਬਾਈ ਸਿਮਰਨ ਕਿੰਨਾ ਕੁ ਕਰਦੀ ਹੈ? ਸਿਮਰਨ ਕਹਿੰਦੀ ਜੀ ਸਿਮਰਨ ਤੇ ਕਰ ਲਈਦਾ, ਚਲੋ ਬਾਣੀ ਪੜ੍ਹ ਲਈਦੀ ਹੈ। ਤੇ ਪ੍ਰਸ਼ਾਦਾ ਪ੍ਰਵਾਨ ਕਰਾਉਣਾ ਚਾਹੁੰਦੇ ਹੋ? ਕਹਿੰਦੇ ਜੀ ਹਾਂ ਸਾਡਾ ਤਰਲਾ ਹੈ ਬਾਬਾ ਜੀ, ਪ੍ਰਸ਼ਾਦਾ ਥਾਲਾ ਸਾਡੇ ਘਰੋਂ ਆਏਗਾ। ਫਿਰ ਮਹਾਂਪੁਰਖ ਕਹਿੰਦੇ ਮਾਈ ਐਂ ਕਰੀ, ਇੱਕ ਦਾਣੇ ਤੇ ਇੱਕ ਵਾਰੀ ਵਾਹਿਗੁਰੂ ਕਹਿਣਾ, 5 ਪ੍ਰਸ਼ਾਦੇ ਤਿਆਰ ਕਰਨੇ ਗੁਰੂ ਨਾਨਕ ਸਾਹਿਬ ਵਾਸਤੇ। ਉਹ ਗੁਰੂ ਨਾਨਕ ਸਾਹਿਬ ਜੀ ਲਾਉਣਗੇ 5 ਪ੍ਰਸ਼ਾਦੇ, ਇੱਕ ਦਾਣੇ ਤੇ ਕਣਕ ਦੇ ਦਾਣੇ ਤੇ ਇੱਕ ਵਾਹਿਗੁਰੂ ਸ਼ਬਦ ਕਹਿਣਾ, ਵਾਹਿਗੁਰੂ ਜਪਣਾ, ਫਿਰ ਉਹਨੂੰ ਆਟੇ ਨੂੰ ਪੀਣਾ, ਫਿਰ ਉਹਨੂੰ ਅੰਮ੍ਰਿਤ ਵੇਲੇ ਗੁੰਨਣਾ, ਫਿਰ ਉਹਨੂੰ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੀ ਸਾਰਾ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੈ। ਜਿੰਨਾ ਚਿਰ ਤੁਸੀਂ ਇਹ ਪ੍ਰੋਸੈਸ ਦੇ ਵਿੱਚੋਂ ਲੰਘਦੇ ਹੋ, ਕਿਸੇ ਨਾਲ ਬੋਲਣਾ ਨਹੀਂ ਹੈ। ਫਿਰ ਥਾਲਾ ਸਜਾ ਕੇ ਲਿਆਓ, ਪ੍ਰਸ਼ਾਦੇ ਦੇ ਟਾਈਮ ਗੁਰੂ ਨਾਨਕ ਸਾਹਿਬ ਆਪ ਪ੍ਰਵਾਨ ਕਰਨਗੇ। ਤੇ ਅਸੀਂ ਕਿੰਨੀ ਕੁ ਸਾਡੀ ਰਸੋਈ 'ਚ ਸੁਚਮ ਹੈ, ਪ੍ਰਸ਼ਾਦਾ ਅਸੀਂ ਗੁਰੂ ਸਾਹਿਬ ਨੂੰ ਪ੍ਰਵਾਨ ਕਰਾਉਣਾ ਚਾਹੁੰਦੇ ਹਾਂ। ਹੁਣ ਤੇ ਮਾਫ ਕਰਨਾ, ਪਿੰਡਾਂ 'ਚ ਨਾ ਰੌਲਾ ਪੈਂਦਾ ਹੈ। ਉਹ ਗ੍ਰੰਥੀ ਸਿੰਘ ਲਾਉਂਦੇ ਨੇ ਘਰ ਵਾਲੇ ਤੇ ਉਹ ਇੱਕ ਬੜਾ ਪਿੰਡਾਂ 'ਚ ਰੌਲਾ ਪੈਂਦਾ ਵੀ ਗ੍ਰੰਥੀ ਸਿੰਘ ਪੰਜੇ ਸਾਡੇ ਘਰੇ ਨਹੀਂ ਰਹਿੰਦੇ, ਅਸੀਂ ਖੰਡ ਪਾਠ ਕਰਾਇਆ ਤੇ ਪਾਸੇ ਅਸੀਂ ਤੁਰੇ ਫਿਰਦੇ ਆ। ਅਸੀਂ 5 ਗ੍ਰੰਥੀ ਸਿੰਘਾਂ ਨੂੰ ਦੇਣੇ ਕੀ ਹੈ ਵੀ ਉਹ ਤੁਹਾਡੇ ਘਰੇ 2 ਰਾਤਾਂ ਤੇ ਬੈਠੇ ਰਹਿਣ, ਉਹਨਾਂ ਨੇ ਹੋਰ ਵੀ ਕੰਮ ਕਰਨਾ ਹੈ। ਕਿੰਨੇ ਕੁ ਭੇਟਾ? 5500 ਰੁਪਈਆ ਚੱਲਦੀ, 6100 ਰੁਪਈਆ ਭੇਟਾ
3 ਦਿਨਾਂ 'ਚ 5 ਗ੍ਰੰਥੀ ਸਿੰਘਾਂ ਨੂੰ 55 ਰੁਪਏ 'ਚੋਂ ਕਿੰਨੇ ਕਿੰਨੇ ਪੈਸੇ ਆਉਣਗੇ। ਤੇ ਜਿਹੜੀ ਉੱਤੋਂ ਮੱਥਾ ਟਿਕਾਈ ਹੁੰਦੀ ਉਹ ਕਮੇਟੀਆਂ ਵਾਲੇ ਉਹ ਲਿਫਾਫੇ ਲੈ ਕੇ ਪਹਿਲਾਂ ਬੈਠੇ ਹੁੰਦੇ, ਉਹ ਜੇਬ 'ਚ ਪਾ ਕੇ ਤੁਰ ਜਾਂਦੇ ਆ। ਉਹ ਭਾਵੇਂ ਸਾਦੀ ਖਾ ਜਾਣ ਤੇ ਬਾਣੀ ਪੜ੍ਹਨ ਵਾਲੇ ਉਹਨਾਂ ਨੇ 100 ਰੁਪਈਆ ਨਹੀਂ ਕੱਢ ਕੇ ਦੇਣਾ। ਉਹ ਕਹਿੰਦੇ ਜੀ, ਔਰ ਮਹਾਂਪੁਰਖ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਸਿਮਰਨ। ਫਿਰ ਰੌਲਾ ਪੈਂਦਾ ਹੈ ਵੀ ਅਸੀਂ ਭੋਗ ਲਵਾਉਣਾ ਹੁੰਦਾ ਜੀ ਪ੍ਰਸ਼ਾਦੇ ਦਾ, ਤੇ ਗ੍ਰੰਥੀ ਸਿੰਘ ਨਹੀਂ ਘਰੇ ਹੁੰਦਾ। ਮੈਂ ਹੈਰਾਨ ਹੈ ਵੀ ਤੁਹਾਡੇ ਘਰੇ ਗੁਰੂ ਸਾਹਿਬ ਜੀ ਆਏ, ਕੀ ਤੁਹਾਡੇ ਪ੍ਰਸ਼ਾਦੇ ਦਾ ਭੋਗ ਵੀ ਹੁਣ ਗੁਰੂ ਸਾਹਿਬ ਨੂੰ ਗ੍ਰੰਥੀ ਸਿੰਘ ਨੇ ਲਵਾਉਣਾ ਹੈ? ਸਾਨੂੰ ਕੀ ਹੋਇਆ ਵੀ ਸਾਨੂੰ ਚਾਹੀਦਾ ਸੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਉਹ ਤੇ ਪ੍ਰਸ਼ਾਦਾ ਤਿਆਰ ਕਰਦੇ, ਤਰਲਾ ਲੈਂਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਮਹਾਰਾਜ ਸਾਡੇ ਕੋਲ ਸੁਚਮ ਵੀ ਕੋਈ ਨਹੀਂ ਜੇ, ਸਾਡੀ ਕਿਰਤ ਵੀ ਧਰਮ ਦੀ ਕੋਈ ਨਹੀਂ ਜੇ, ਮਹਾਰਾਜ ਸਾਨੂੰ ਪਕਾਉਣ ਦਾ ਵੀ ਲਖਣ ਨਹੀਂ ਹੈ, ਸਾਨੂੰ ਕੁਝ ਵੀ ਨਹੀਂ, ਸਾਡੇ ਘਰੇ ਆਏ ਹੋ ਤੇ ਸਾਡਾ ਪ੍ਰਸ਼ਾਦਾ ਪ੍ਰਵਾਨ ਜ਼ਰੂਰ ਕਰੋ। ਪਰਿਵਾਰ ਦੇ ਤਰਲੇ ਤੇ ਹੋ ਸਕਦਾ ਮਹਾਰਾਜ ਪ੍ਰਵਾਨ ਕਰ ਲੈਣਾ। ਅਸੀਂ ਅੱਜ ਪ੍ਰਸ਼ਾਦਾ ਖਵਾਉਣ ਲਈ ਵੀ ਬਾਬਾ ਜੀ ਦੀ ਵੇਟ ਕਰਦੇ, ਤੁਸੀਂ ਛਕਾਓ ਜੀ। ਗੁਰੂ ਸਾਹਿਬ ਦੇ ਥਾਲਾ ਵੀ ਸਜਾਉਣਾ ਗ੍ਰੰਥੀ ਸਿੰਘ ਚੋਕ ਕੇ ਲਿਆਏ ਸਾਡੇ ਘਰੇ ਗੁਰੂ ਸਾਹਿਬ ਜੀ, ਅਸੀਂ ਆਪ ਤਰਲਾ ਲਈਏ ਮਹਾਰਾਜ ਦਾਤਾਂ ਤੇਰੀਆਂ ਹੀ ਹੈ। ਪ੍ਰਸ਼ਾਦਾ ਪਾਣੀ ਆਪ ਜੀ ਦਾ, ਟਹਿਲ ਪਾਣੀ ਸਿੱਖਾਂ ਸੇਵਕਾਂ ਦਾ, ਟਹਿਲ ਪਾਣੀ ਸਾਡਾ ਜ਼ਰੂਰ ਹੈ ਵੀ ਤਿਆਰ ਅਸੀਂ ਕੀਤਾ ਹੈ ਤੇਰਾ ਹੀ ਹੈ। ਹੁਣ ਅੱਗੇ ਵੀ ਕਿਰਪਾ ਕਰੋ ਵੀ ਛਕਦਿਆਂ ਛਕਾਉਂਦਿਆਂ ਤੇਰਾ ਨਾਮ ਚੇਤਾ ਆਵੇ। ਤੇਰੀ ਦਾਤ ਛਕਦੇ ਆ, ਤੇਰੀ ਦਾਤ ਛਕਦਿਆਂ ਤੇਰਾ ਨਾਮ ਵੀ ਚੇਤਾ ਆਉਣਾ ਚਾਹੀਦਾ ਹੈ। ਕਹਿੰਦੇ ਜੀ 1-2 ਵਜੇ ਅਸੀਂ ਬਾਬਾ ਬੁੱਢਾ ਜੀ ਦੇ ਸਥਾਨ ਤੇ ਪਹੁੰਚ ਜਾਂਦੇ ਹਾਂ ਹਰੇਕ ਮਹੀਨੇ। ਮੈਂ ਕਿਹਾ ਨਹੀਂ, ਕਿਤੇ ਅੰਮ੍ਰਿਤ ਵੇਲੇ ਜਾ ਕੇ ਜਦੋਂ ਬਾਬਾ ਜੀ ਨੂੰ ਭੁੱਖ ਲੱਗੀ ਹੋਏਗੀ ਨਾ, ਉਦੋਂ ਕਿਤੇ ਪ੍ਰਸ਼ਾਦਾ ਲਿਜਾ ਕੇ ਵੇਖੋ, ਫਿਰ ਗੁਰੂ ਸਾਹਿਬ ਦੀ ਕਿਰਪਾ ਹੋਏਗੀ। ਸਾਡੇ ਅੰਦਰ ਭਾਵਨਾ ਤੇ ਹੋਣੀ ਜ਼ਰੂਰੀ ਹੈ। ਜੇ ਪ੍ਰਵਾਨ ਕਰਾਉਣਾ ਚਾਹੁੰਦੇ ਆ ਕੁਝ ਨਾ ਕੁਝ, ਤੇ ਫਿਰ ਭਾਵਨਾ ਵੀ ਉਨੀ ਬਣਾਈਏ ਨਾ। ਮਾਤਾ ਗੰਗਾ ਜੀ ਪ੍ਰਸ਼ਾਦਾ ਖੋਲਦੇ ਆ, ਬਾਬਾ ਬੁੱਢਾ ਦੀ ਸ਼ਕਲ ਲੱਗੇ, ਤੇ ਤੁਹਾਡੇ ਘਰੇ ਕੋਈ ਗੱਲ ਹੋਵੇ, ਕਲੇਸ਼ ਖੜਾ ਹੋ ਜਾਏ, ਤੇ ਤੁਸੀਂ ਪਤਾ ਕੀ ਕਰੋਗੇ? ਕਿਸੇ ਸਿਆਣੇ ਬੰਦੇ ਨਾਲ ਉਹ ਗੱਲ ਸ਼ੇਅਰ ਕਰੋਗੇ। ਸਾਰਿਆਂ ਨੂੰ ਤੇ ਦੱਸੀ ਵੀ ਨਹੀਂ ਜਾਂਦੀ। ਇਹ ਗੱਲ ਮਾਂ ਗੰਗਾ ਜੀ ਨੇ ਬਾਬਾ ਬੁੱਢਾ ਜੀ ਨਾਲ ਸ਼ੇਅਰ ਕੀਤੀ ਜੀ। ਬੀਬੀ ਕਰਮੋਂ ਤੇ ਬਾਬਾ ਪ੍ਰਿਥੀ ਚੰਦ ਆਹ ਕਹਿੰਦੇ ਆ। ਹੁਣ ਬਾਬਾ ਬੁੱਢਾ ਜੀ ਸਿਆਣੇ ਸਨ, ਸਾਰੀ ਗੱਲ ਨੂੰ ਹੱਲ ਵੀ ਕੱਢਦੇ ਸਨ, ਔਰ ਗੱਲ ਆਪਣੇ ਕੋਲ ਵੀ ਰੱਖਦੇ ਹਨ। ਤੁਸੀਂ ਕਿਸੇ ਅੱਗੇ ਦੁੱਖ ਰੋ, ਤੁਹਾਡੇ ਉਹਨਾਂ ਗੁੱਡਾ ਬੰਨ੍ਹ ਦੇਣਾ ਸ਼ਾਮ ਤੱਕ ਵੀ ਉਹਨਾਂ ਦੇ ਘਰਿਆ ਹੁੰਦਾ ਜੀ, ਉਹਨਾਂ ਦੇ ਘਰਿਆ ਹੁੰਦਾ ਜੀ। ਉਹੀ ਗੱਲ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਆਣ ਕੇ ਦੱਸੋ, ਜਾਂ ਗ੍ਰੰਥੀ ਸਿੰਘ ਨੂੰ ਦੱਸੋ। ਜਿਹੜੇ ਸਿਆਣੇ ਗ੍ਰੰਥੀ ਸਿੰਘ ਉਹ ਗੁਰੂ ਅੱਗੇ ਅਰਦਾਸ ਵੀ ਕਰਦੇ, ਤੇ ਇੱਕ ਘਰ ਦੀ ਗੱਲ ਨੂੰ ਦੂਸਰੇ ਘਰ 'ਚ ਨਹੀਂ ਜਾ ਕੇ ਕਰਦੇ, ਜਿਹੜੇ ਸਿਆਣੇ ਗ੍ਰੰਥੀ ਸਿੰਘ ਹੈ। ਨਹੀਂ ਤੇ ਅੱਜ ਸਮਾਂ ਕੁਝ ਹੋ ਰਹੀ ਹੈ ਨਾ, ਉਸ ਪਦਵੀ ਦਾ ਸਤਿਕਾਰ ਰਿਹਾ, ਪਦਵੀ ਤੇ ਕੋਈ ਕਾਇਮ ਰਹਿ ਸਕਿਆ, ਤੇ ਨਾ ਹੀ ਅਸੀਂ ਸਤਿਕਾਰ ਕਰ ਸਕੇ ਉਸ ਪਦਵੀ ਦਾ। ਪਦਵੀ ਬਹੁਤ ਵੱਡੀ ਬਾਬਾ ਬੁੱਢਾ ਜੀ ਵਾਲੀ ਗ੍ਰੰਥੀ ਸਿੰਘ ਦੀ ਪਦਵੀ, ਉਹ ਭਾਵੇਂ ਪਿੰਡ ਦੇ ਗੁਰਦੁਆਰੇ ਦਾ ਮੁੱਖ ਗ੍ਰੰਥੀ ਹੈ, ਜਾਂ ਹੋਰ ਕਿਸੇ ਧਾਰਮਿਕ ਸਥਾਨ ਦਾ ਮੁੱਖ ਗ੍ਰੰਥੀ ਹੈ। ਸਾਨੂੰ ਸਤਿਕਾਰ ਬਾਬਾ ਬੁੱਢਾ ਜੀ ਵਾਲਾ ਕਰਨਾ ਚਾਹੀਦਾ ਹੈ, ਤੇ ਗ੍ਰੰਥੀ ਸਿੰਘ ਨੂੰ ਬਾਬਾ ਬੁੱਢਾ ਜੀ ਵਾਲੇ ਗੁਣ ਵੀ ਉਹਦੇ ਅੰਦਰ ਹੋਣੇ ਜ਼ਰੂਰੀ ਹੈ। ਗੱਲ ਤੇ ਗੁਰੂ ਸਾਹਿਬ ਤੋਂ ਵੀ ਫੇਰ ਹੀ ਕੁਝ ਮਿਲਦਾ ਹੈ। ਜੇ ਖਵਾਉਣ ਵਾਲੇ ਵੀ ਤੇ ਖਾਣ ਵਾਲੇ ਵੀ ਮੇਰੇ ਵਰਗੇ ਨੇ, ਤੇ ਫਿਰ ਖਾਲੀ ਰਹਿਣਾ, ਫਿਰ ਮਿਲਣਾ ਵੀ ਕੁਝ ਨਹੀਂ ਹੈ। ਬਾਬਾ ਬੁੱਢਾ ਜੀ ਨਾਲ ਸਾਰੀ ਗੱਲ ਸ਼ੇਅਰ ਕੀਤੀ, ਤੇ ਜਿਹੜਾ ਇਤਿਹਾਸ ਕਹਿੰਦਾ ਹੈ ਬਾਬਾ ਬੁੱਢਾ ਜੀ ਫਿਰ ਗੰਢਾ ਭੰਨਣ ਲੱਗੇ। ਕਹਿੰਦੇ ਮਾਂ ਗੰਗਾ ਤੁਸੀਂ ਫਿਕਰ ਨਾ ਕਰੋ, ਜੋ ਉਹ ਕਹਿ ਰਹੇ ਸਨ, ਜੋ ਸੋਚ ਰਹੇ ਨੇ, ਉਹ ਥੋੜੀ ਹੋਣਾ ਹੈ। ਤੇ ਗੰਢਾ ਭੰਨਦਿਆਂ ਕਿਹਾ, ਗੰਗਾ ਤੁਹਾਡੇ ਘਰੇ ਇੱਕ ਪੁੱਤਰ ਪੈਦਾ ਹੋਏਗਾ ਮਾਂ। ਅੱਜ ਜਿਵੇਂ ਅਸੀਂ ਗੰਢਾ ਭੰਨਿਆ ਨਾ, ਉਦੋਂ ਮੁੱਕੀ ਮਾਰ ਕੇ ਗੰਢਾ ਭੰਨਿਆ ਜਾਂਦਾ ਹੈ। ਉਹ ਇੱਕ ਵੱਖਰਾ ਹੀ ਨਾਮ ਸੀ ਉਹ ਪ੍ਰਸ਼ਾਦਾ ਛਕਣ ਦੇ ਅੰਦਰ ਵੀ। ਤੁਹਾਡੇ ਘਰੇ ਜਿਹੜਾ ਪੁੱਤਰ ਪੈਦਾ ਹੋਏਗਾ, ਉਹ ਜ਼ੁਲਮ ਕਰਨ ਵਾਲਿਆਂ ਦੇ ਇਸ ਤਰ੍ਹਾਂ ਸਿਰ ਭੰਨੇਗਾ। ਬਾਬਾ ਬੁੱਢਾ ਜੀ ਨੇ ਬੋਲ ਕੇ ਕਹਿੰਦੇ ਮੌਸਮ ਥੋੜਾ ਜਿਹਾ ਬਦਲਿਆ, ਹਵਾ ਆਈ ਤੇ ਉਹ ਜਿਹੜੇ ਸੁੱਕੇ ਪੱਤੇ ਨਾ ਝੁਕ ਕੇ ਉੱਡੇ। ਤੇ ਬਾਬਾ ਬੁੱਢਾ ਜੀ ਨੇ ਫਿਰ ਬੋਲ ਕੇ ਕਹਿੰਦੇ ਅੱਜ ਮੈਂ ਫਾਲਤੂ ਪੱਤੇ ਨੇ ਨਾ ਹਵਾ ਉਡਾ ਕੇ ਗਾਂ ਲੈ ਜਾਂਦੀ ਹੈ, ਤੁਹਾਡਾ ਪੁੱਤਰ ਸੰਸਾਰ ਦੇ ਅੰਦਰੋਂ ਭੈੜੇ ਲੋਕਾਂ ਨੂੰ ਇਸ ਤਰ੍ਹਾਂ ਖਤਮ ਕਰੇਗਾ। ਬੱਦਲ ਗੱਜਿਆ ਤੇ ਬਾਬਾ ਬੁੱਢਾ ਜੀ ਨੇ ਫਿਰ ਬੋਲ ਕੇ ਕਹਿੰਦੇ ਅੱਜ ਮੈਂ ਬੱਦਲ ਦੀ ਗਰਜ ਸਾਰੇ ਸੁਣ ਰਹੇ ਨੇ, ਤੁਹਾਡੇ ਪੁੱਤ ਦੇ ਮੁਖ ਤੋਂ ਨਿਕਲਿਆ ਬੋਲ ਸਾਰਾ ਸੰਸਾਰ ਸੁਣੇਗਾ। ਬਾਰਿਸ਼ ਪਈ, ਧਰਤੀ ਬੜੀ ਸੜੀ ਹੋਈ ਸੀ, ਪਹਿਲਾਂ ਕਣੀਆਂ ਧਰਤੀ ਖਾ ਗਈ ਤੇ ਫਿਰ ਪਾਣੀ ਵਹਿਣ ਲੱਗਾ। ਬਾਬਾ ਬੁੱਢਾ ਜੀ ਨੇ ਫਿਰ ਬੋਲ ਕੇ ਕਹਿੰਦੇ ਮਾਂ ਤੁਹਾਡੇ ਪੁੱਤਰ ਦੀ ਰਸਨਾ ਤੋਂ ਇਹੋ ਜਿਹੇ ਬੋਲ ਨਿਕਲਣਗੇ ਜਿਵੇਂ ਤਪਦੀ ਸੜਦੀ ਹੋਈ ਧਰਤੀ ਹੁਣ ਤ੍ਰਿਪਤ ਹੋ ਰਹੀ ਹੈ। ਉਹ ਸੜਦੇ ਬਲਦੇ ਹਿਰਦਿਆਂ ਨੂੰ ਤ੍ਰਿਪਤ ਕਰਨਗੇ। ਤੁਹਾਡੇ ਪੁੱਤ ਦੇ ਮੁਖ ਤੋਂ ਨਿਕਲੇ ਬੋਲ। ਮਾਂ ਗੰਗਾ ਜੀ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਤੁਹਾਡੇ ਘਰੇ ਕੋਈ ਪੁੱਤਰ ਆਏਗਾ ਜਨਮ ਲੈ ਕੇ, ਉਹਦਾ ਨਾਮ ਹਰਗੋਬਿੰਦ ਰੱਖ ਦਿਓ।
2 ਵਾਰੀ ਨਾਂ ਜਨਮ ਤੋਂ ਪਹਿਲਾਂ ਗੁਰੂ ਸਾਹਿਬ ਨੇ, ਇੱਕ ਬਾਬਾ ਆਦਮ ਆਇਆ ਬਠਿੰਡੇ ਤੋਂ, ਕਹਿੰਦਾ ਜੀ ਪੁੱਤਰ ਚਾਹੀਦਾ, ਉਹਨੇ ਬਾਲਣ ਪਾਲ ਕੇ ਸੇਵਾ ਕੀਤੀ ਸੀ। ਮੈਂ ਸਾਖੀ ਨਹੀਂ ਕਹਿਣੀ, ਲੰਮੀ ਹੈ, ਸੰਖੇਪ ਬੇਨਤੀ। ਤੇ ਮਹਾਰਾਜ ਨੇ ਕਿਹਾ ਸੀ ਜਾ ਵੀ ਤੇਰੇ ਘਰੇ ਪੁੱਤਰ ਹੈ ਤੇ ਨਹੀਂ ਸੀ, ਅਸੀਂ ਗੁਰੂ ਕੁਲ ਚੋਂ ਤੈਨੂੰ ਇੱਕ ਪੁੱਤਰ ਦੇਣੇ, ਉਹਦਾ ਨਾਮ ਭਗਤੂ ਰੱਖ ਦਿਓ। ਅਰਦਾਸ ਅਜੇ ਜਨਮ ਤੋਂ ਪਹਿਲਾਂ ਹੀ ਅਰਦਾਸ ਹੋਣੀ, ਨਾਮ ਵੀ ਮਹਾਰਾਜ ਨੇ ਰੱਖਿਆ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਵੀ ਪਹਿਲਾਂ ਰੱਖਿਆ। ਹਾਲਾਂਕਿ ਉਸ ਸਮੇਂ ਮਾਤਾ ਗੰਗਾ ਜੀ ਨੂੰ ਵੈਦ ਤੇ ਹਕੀਮ ਕਹਿ ਰਹੇ ਸਨ, ਗੰਗਾ ਤੁਸੀਂ ਕਦੇ ਮਾਂ ਨਹੀਂ ਬਣ ਸਕੋਗੇ। ਚਲੋ ਇਹ ਯਤਨ ਸਾਰੇ ਕਰਦੇ ਆ, ਕੋਈ ਬੱਚੀ ਵਿਆਹ ਕੇ ਆਏ, ਸਾਡੀ ਧੀ ਕਿਸੇ ਦੇ ਘਰੇ ਜਾਏ, 2-4 ਸਾਲ ਬੱਚਾ ਨਾ ਪੈਦਾ ਹੋਵੇ, ਸਾਰਿਆਂ ਨੂੰ ਫਿਕਰ ਹੁੰਦਾ ਹੈ, ਬੱਚੀ ਦੇ ਪੇਕਿਆਂ ਨੂੰ ਵੀ, ਬੱਚੀ ਦੇ ਸਹੁਰਿਆਂ ਨੂੰ ਵੀ। ਭਾਈ ਫਿਰ ਉਹ ਟੈਸਟ ਕਰਵਾਉਂਦੇ ਇੱਧਰ ਉੱਧਰ, ਤੇ ਉਹ ਫਿਰ ਜੇ ਕਹੇ ਤੇ ਡਾਕਟਰ ਭਾਈ ਇਹ ਬੱਚੀ ਮਾਂ ਨਹੀਂ ਬਣ ਸਕਦੀ, ਬੜੀ ਪਰੇਸ਼ਾਨੀ ਹੈ। ਮਾਂ ਗੰਗਾ ਨੂੰ ਕਿਸੇ ਸਮੇਂ ਕਿਹਾ ਸੀ ਬੈਦਾ ਕਿ ਮਾਂ ਨੇ ਸਹੇਲੀਆਂ ਲੈ ਕੇ ਗਈਆਂ, ਚੱਲ ਗੰਗਾ ਆਪਾਂ ਬੈਦਾ ਕਿ ਮਾਂ ਕੋਲ ਜਾਂਦੇ ਆ। ਉਹਨੇ ਕਿਹਾ ਸੀ ਨਹੀਂ ਜੀ ਇਹ ਨਹੀਂ ਮਾਂ ਬਣ ਸਕਦੇ। ਪਰ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ। ਫਿਰ 10 ਮਹੀਨਿਆਂ ਬਾਅਦ 10ਵੀਂ ਮਾਸੀ ਹੁਕਮ ਬਾਲਕ ਜਨਮ ਲਿਆ, ਇਹਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੋਲ ਹੈ। ਉਹ ਸਾਰਾ ਸ਼ਬਦ ਹੈ, ਸਤਿਗੁਰ ਸਾਚੇ ਦੀਆ ਭੇਦ ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਏ ਆਏ ਕੀਆ ਨਿਵਾਸ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੇ ਮਾਂ ਦੇ ਉਧਰ ਚ ਫਿਰ ਨਿਵਾਸ ਕੀਤਾ। ਮਾਤਾ ਕਹਿ ਮਨ ਬਹੁਤ, ਹੁਣ ਮਾਂ ਤੇ ਬੜੀ ਪ੍ਰਸੰਨ ਹੈ, ਵੈਦਾਂ ਨੇ ਜਵਾਬ ਦੇ ਦਿੱਤਾ ਸੀ, ਪਰ ਹੁਣ ਮਾਂ ਗੰਗਾ ਦੀ ਮਾਂ ਬਣਨ ਵਾਲੀ ਹੈ। ਮਾਤਾ ਕਹਿ ਮਨ ਬਹੁਤ ਵਿਕਾਸ। ਫਿਰ ਕੀ ਹੋਇਆ, ਜੰਮਿਆ ਪੂਤ ਭਗਤ। ਕਹਿੰਦੇ ਫਿਰ 10 ਮਹੀਨਿਆਂ ਬਾਅਦ ਉਹ ਗੋਬਿੰਦ ਦਾ ਪੁੱਤ ਜੰਮਿਆ ਜੀ। ਗੋ ਧਰਤੀ ਬਿੰਦ ਧਰਤੀ ਨੂੰ ਪਾਲੂਗਾ। ਕਹਿੰਦੇ ਇੱਕ ਰੱਬ ਦਾ ਪੁੱਤਰ ਪੈਦਾ ਹੋਇਆ। ਵੈਸੇ ਤੇ ਮਹਾਰਾਜ ਆਪ ਹੀ ਰੱਬ ਸਨ, ਰੱਬ ਵਰਗੇ ਗੁਣ ਉਹਨਾਂ ਦੇ ਅੰਦਰ ਪ੍ਰਗਟਿਆ। ਸਭ ਮੈਂ ਲਿਖਿਆ ਧੁਰ ਕਾ। ਹੁਣ ਪਤਾ ਪੁੱਤਰ ਦਿੱਤਾ ਕਿੰਨੇ ਹੈ। ਇਹ ਸ਼ਬਦ ਦੇ ਅਖੀਰ ਚ ਮਹਾਰਾਜ ਕਹਿੰਦੇ ਗੁੱਜੀ ਛੰਨੀ ਨਾਹੀ ਬਾਤ। ਇਹ ਗੱਲ ਗੁੱਜੀ ਨਹੀਂ ਰਹੀ ਹੁਣ ਸੰਸਾਰ ਦੇ ਅੰਦਰ। ਗੁਰ ਨਾਨਕ ਤੁਠਾ ਕੀਨੀ। ਇਹ ਨਹੀਂ ਕਿ ਬਾਬਾ ਬੁੱਢਾ ਜੀ ਨੇ ਪੁੱਤਰ ਦਿੱਤਾ ਹੈ, ਹਾਲਾਂਕਿ ਅਰਦਾਸ ਉਹਨਾਂ ਨੇ ਕੀਤੀ ਹੈ। ਕਹਿੰਦੇ ਗੁਰੂ ਨਾਨਕ ਤੁਠਿਆ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਗੰਗਾ ਬਾਬਾ ਬੁੱਢਾ ਜੀ ਦੀ ਰਸਨਾ ਤੇ ਗੁਰੂ ਨਾਨਕ ਸਾਹਿਬ ਬੈਠੇ ਹੈ, ਤੇ ਅਰਦਾਸ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬਾਬਾ ਬੁੱਢਾ ਜੀ ਨੇ ਕੀਤੀ। ਮਹਾਰਾਜ ਮੈਂ ਤੇ ਤੁਹਾਡੇ ਘਰ ਦਾ ਕਾਇਆ ਹੈ, ਜੇ ਇੰਨਾ ਗੁਰੂ ਅਰਜਨ ਸਾਹਿਬ ਮਾਣ ਸਤਿਕਾਰ ਦੇਣ ਲੱਗੇ ਨੇ ਫਿਰ ਲਾਜ ਰੱਖਿਓ। ਫਿਰ ਗੁਰੂ ਨਾਨਕ ਸਾਹਿਬ ਤੁਠਾ ਤੇ ਦਾਤ ਮਾਤਾ ਗੰਗਾ ਜੀ ਦੀ ਝੋਲੀ 'ਚ ਪਾਈ, ਤੇ ਫਿਰ ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕੀਤਾ, ਪਰਮੇਸ਼ਰ ਦਿੱਤਾ ਬੰਨਾ। ਕਾਹਨ ਸਿੰਘ ਨਾਭਾ ਨੇ ਬੰਨੇ ਦਾ ਅਰਥ ਪੁੱਤਰ ਕੀਤਾ ਹੈ। ਦੁੱਖ ਰੋਗ ਕਾ ਡੇਰਾ ਭੰਨਾ। ਮਹਾਰਾਜ ਨੇ ਉੱਚਾ ਹੱਥ ਕਰਕੇ ਕਿਹਾ ਰੱਬ ਨੇ ਜਦੋਂ ਪੁੱਤਰ ਦਿੱਤਾ, ਦੱਸੋ ਬੈਦੋ ਉਹ ਦੁੱਖ ਕਿੱਧਰ ਚਲਾ ਗਿਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਗੰਗਾ ਨੇ ਮਾਂ ਹੀ ਨਹੀਂ ਬਣਨਾ। ਉਹ ਦੁੱਖ ਰੋਗ ਦੇ ਡੇਰੇ ਵੀ ਫਿਰ ਚੁੱਕੇ ਗਏ ਨਾ ਆਟੋਮੈਟਿਕ। ਗੁਰੂ ਹਰਗੋਬਿੰਦ ਸਾਹਿਬ ਦਾ ਜਦੋਂ ਪ੍ਰਕਾਸ਼ ਹੋਇਆ 1595, ਉਹ ਜੁਲਾਈ ਮਹੀਨੇ ਦੇ ਅੰਦਰ, ਤੇ ਗੁਰੂ ਸਾਹਿਬ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਹਰਿਮੰਦਰ ਸਾਹਿਬ ਬੈਠੇ ਹਨ, ਤੇ ਇੱਕ ਸੇਵਕ ਆਇਆ, ਕਹਿੰਦੇ ਮਹਾਰਾਜ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਵੈਸੇ ਮਹਾਰਾਜ ਵੰਡਾਲੀ ਆ ਗਏ ਹਨ ਉਦੋਂ, ਉਹ ਪਤਾ ਸੀ ਵੀ ਇੱਥੇ ਹਮਲਾ ਹੋ ਸਕਦਾ ਇਹਦੇ ਮਾਂ ਬਣਨ ਵਾਲੇ। ਗੁਰੂ ਕੀ ਵੰਡਾਲੀ, ਉਦੋਂ ਕੱਲੀ ਵੰਡਾਲੀ ਕਹਿੰਦੇ, ਹੁਣ ਅਸੀਂ ਗੁਰੂ ਕੀ ਵੰਡਾਲੀ ਕਹਿੰਦੇ ਹਾਂ। ਮਹਾਰਾਜ ਨੂੰ ਸੁਣਿਆ ਮਿਲਿਆ ਜੀ ਸਾਹਿਬਜ਼ਾਦਾ। ਮਹਾਰਾਜ ਨੇ ਪੁੱਤਰ ਨੂੰ ਮਿਲਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਉੱਥੇ ਸੱਦਿਆ। ਮਹਾਰਾਜ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗਏ। ਬਾਬਾ ਬੁੱਢਾ ਜੀ ਤੁਹਾਡੀ ਅਰਦਾਸ ਗੁਰੂ ਨਾਨਕ ਸਾਹਿਬ ਨੇ ਸੁਣੀ ਹੈ, ਤੇ ਚਲੋ ਆਪਣੀ ਬੁੱਕਲ 'ਚ ਚੁੱਕਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੀ ਬੁੱਕਲ 'ਚ ਪਾਇਆ ਗਿਆ ਜੀ ਸਾਹਿਬਜ਼ਾਦੇ ਨੂੰ। ਤੇ ਬਾਬਾ ਬੁੱਢਾ ਜੀ ਨੇ ਚੁੱਕ ਕੇ ਗੱਲ ਨਾਲ ਲਾ ਲਿਆ, ਕਹਿੰਦੇ ਸਾਡਾ ਹਰਗੋਬਿੰਦ ਆ ਗਿਆ ਹੈ। ਉਹ ਨਾਂ ਜਿਹੜਾ ਮਹਾਰਾਜ ਨੇ ਜਨਮ ਤੋਂ ਪਹਿਲਾਂ ਉਚਾਰਨ ਕੀਤਾ ਸੀ, ਬਾਬਾ ਬੁੱਢਾ ਜੀ ਨੇ ਅੱਜ ਆਪਣੇ ਬੁੱਕਲ 'ਚ ਚੁੱਕ ਕੇ ਕਹਿੰਦੇ ਸਾਡਾ ਹਰਗੋਬਿੰਦ ਆ ਗਿਆ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਇਹੀ ਨਾਂ ਇਹਨਾਂ ਦਾ ਹਰਗੋਬਿੰਦ। ਫਿਰ ਉਹ 3 ਵਾਰੀ ਮਾਰਨ ਦਾ ਯਤਨ। ਵੇਖੋ ਅਸੀਂ ਹੁਣ ਕਹਿੰਦੇ ਵੀ ਬੜਾ ਭਿਆਨਕ ਸਮਾਂ, ਭਰਾ ਭਰਾ ਨੂੰ ਮਾਰ ਰਿਹਾ, ਪਿਓ ਪੁੱਤ ਦੀ ਨਹੀਂ ਬਣਦੀ ਹੈ, ਨੌ ਸੱਸ ਲੜ ਰਹੀਆਂ ਨੇ, ਭੈਣਾਂ ਭੈਣਾਂ 'ਚ ਮੁਕਾਲ, ਸਗੇ ਭਰਾ ਇੱਕ ਦੂਜੇ ਦੇ ਕਾਤਲ ਬਣੇ ਫਿਰਦੇ ਹੈ। ਇਹ ਤੇ ਗੁਰੂ ਘਰ ਦੇ ਅੰਦਰ ਵੀ ਗੁਰਮੁਖੋ ਪ੍ਰਿਥੀ ਚੰਦ ਵਰਗਿਆਂ ਨੇ ਅੱਤ ਦਾ ਵੈਰ ਜਿਹੜਾ ਉਹ ਰਚਾਇਆ। ਤੇ ਇਕੱਲਾ ਇਹ ਨਹੀਂ, ਪਹਿਲਾਂ ਤੇ ਕਹਿੰਦੇ ਸੀ ਵੀ ਇਹ ਤਾਂ ਉਤਰੇ ਨਖੱਤਰੀ ਤੁਰ ਜਾਣਾ। ਹੁਣ ਪੁੱਤਰ ਪੈਦਾ ਹੋਇਆ ਤੇ ਇੱਕ ਫਤੋ ਨਾਮ ਦੀ ਦਾਈ ਨੂੰ ਅੰਮ੍ਰਿਤਸਰ ਤੋਂ ਇਹਨਾਂ ਨੇ ਵੰਡਾਲੀ ਭੇਜਿਆ। ਕਹਿਣ ਲੱਗੇ ਫਤੋ, ਉਹਨੂੰ ਪਤਾ ਕਿ 200 ਰਜਤ ਪਾਣ ਦਿੱਤੇ। 200 ਰਜਤ ਪਾਣ ਉਸ ਸਮੇਂ ਇਤਿਹਾਸ 'ਚ ਲਿਖਿਆ। ਪਤਾ ਅੱਜ ਦੇ ਕਿੰਨੇ ਪੈਸੇ ਬਣਦੇ? 1 ਕਰੋੜ ਰੁਪਈਆ। ਕਿੰਨਾ ਕਿ ਇਹਨਾਂ ਦੇ ਅੰਦਰ ਲੋਭ ਹੋਏਗਾ, ਕਿੰਨਾ ਕਿ ਇਹਨਾਂ ਦੇ ਅੰਦਰ ਈਰਖਾ ਹੋਏਗੀ ਗੁਰੂ ਸਾਹਿਬ ਦੇ ਪ੍ਰਤੀ, ਵੀ ਅੱਜ ਦੇ ਜ਼ਮਾਨੇ 'ਚ ਕਿਸੇ ਦੇ ਪੁੱਤ ਨੂੰ ਮਾਰਨ ਵਾਸਤੇ 1 ਕਰੋੜ ਰੁਪਈਆ ਬੰਦਾ ਫਰੌਦੀ ਦੇ ਦੇਗੇ। ਉਹਨੂੰ ਫਰੌਦੀ ਤੇ ਹੈ ਸੀ, ਹੋਰ ਕੀ ਹੈ।
ਸਮਾਂ ਠੀਕ ਨਹੀਂ ਹੈ। ਆ ਅੰਮ੍ਰਿਤਸਰ ਇੱਕ ਦਿਨ ਪਰਸੋਂ ਚੌਥੀ ਪਰਿਵਾਰ ਮੱਥਾ ਟੇਕਣ ਜਾ ਰਿਹਾ ਸੀ ਤੇ ਉਹ ਮੋਟਰਸਾਈਕਲ ਤੇ ਜਿਹੜਾ ਵੀਰ ਜਾ ਰਿਹਾ ਸੀ ਨਾ, ਉਹਦਾ ਕਤਲ ਹੋ ਗਿਆ ਤੇ ਬਾਅਦ ਚ ਪਤਾ ਲੱਗਾ ਵੀ ਉਹਦੀ ਪਤਨੀ ਨੇ ਉਹਦਾ ਕਤਲ ਕਰਵਾਇਆ। ਸਮਾਂ ਠੀਕ ਨਹੀਂ ਹੈ। ਔਰ 2,60,000 ਰੁਪਈਆ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਨ ਵਾਸਤੇ ਫਰੌਤੀ ਦਿੱਤੀ ਹੋਈ ਹੈ। ਸਮਾਂ ਠੀਕ ਨਹੀਂ ਹੈ। ਫਤੋ ਨੂੰ ਭੇਜਿਆ ਦਾਈ ਨੂੰ ਵੀ ਤੂੰ ਕਿਸੇ ਤਰ੍ਹਾਂ ਬੱਚੇ ਨੂੰ ਮਾਰ। ਉਹ ਦਾਈ ਜਿਹੜੀ ਨਾ ਉਹ ਬੱਚੇ ਦਾ ਮੂੰਹ ਕਿਤੇ ਦੂਜੇ ਦਾ ਖਰਾਬ ਹੋ ਜਾਂਦਾ ਸੀ, ਆਪਣਾ ਦੁੱਧ ਵੀ ਦੇ ਦਿੰਦੀ ਹੁੰਦੀ ਸੀ ਉਹਨਾਂ ਨੂੰ। ਉਦੋਂ ਇਹ ਚੱਲਦਾ ਸੀ। ਹੁਣ ਬਾਲ ਘਰ ਕੋ ਬਹਿੰਦਾ, ਉਹਨੇ ਮਾਂ ਦਾ ਗੰਗਾ ਦਾ ਯਕੀਨ ਜਿੱਤ ਲਿਆ। 4 ਕੁ ਦਿਨ ਰਹੀ, ਕਹਿੰਦੇ ਜੀ ਤੁਹਾਡਾ ਜੇ ਤੇ ਬੱਚੇ ਦਾ ਜਨਮ ਅੰਮ੍ਰਿਤਸਰ ਹੁੰਦਾ ਤੇ ਮੈਨੂੰ ਤੇ ਤੁਸੀਂ ਮਾਲਾ ਮਾਲ ਕਰ ਦੇਣਾ ਸੀ। ਜਦੋਂ ਬੱਚੇ ਦਾ ਜਨਮ ਹੋਇਆ ਸੇਵਾ ਤੇ ਮੈਂ ਗੰਗਾ ਤੁਹਾਡੀ ਕਰਦੀ ਰਹੀ, ਜਦੋਂ ਜਨਮ ਹੋਣਾ ਸੀ ਤੁਸੀਂ ਇੱਥੇ ਆ ਗਏ ਹੋ, ਮੇਰਾ ਹੱਕ ਵੀ ਦਿਓ। ਉਹ ਮਾਂ ਗੰਗਾ ਕਹਿੰਦੀ ਫਤੋ 10 ਦਿਨ ਇੱਥੇ ਰਹਿ, ਜੋ ਮੰਗੇਗੀ ਤੈਨੂੰ ਦੇ ਕੇ ਤੋਰਾਂਗੇ। ਔਰ ਉਹਦੇ ਕਰੋੜ ਰੁਪਈਆ ਪਹਿਲਾਂ ਹੀ ਲੈ ਕੇ ਆਈ ਸੀ। ਉਹਨੇ ਫਿਰ ਆਪਣੇ ਅਸਥਨਾ ਨੂੰ ਜ਼ਹਿਰ ਲਾਇਆ ਜੀ ਤੇ ਬੱਚੇ ਨੂੰ ਲੈ ਕੇ ਕੰਧ ਦੇ ਉਹਲੇ ਚਲੀ ਗਈ। ਉਹਨੂੰ ਕਹਿੰਦੀ ਵੀ ਤੂੰ ਦੁੱਧ ਲੈ, ਜ਼ਹਿਰ ਸੀ ਤੇ ਬੱਚੇ ਨੇ ਖਰੋਚ ਮਾਰ ਦਿੱਤੀ ਅਸਥਨਾ ਤੇ ਜ਼ਹਿਰ ਅੰਦਰ ਚਲਾ ਗਿਆ। ਉਹ ਦਾਈ ਮਰਨ ਲੱਗੀ ਤੇ ਗੁਰੂ ਅਰਜਨ ਸਾਹਿਬ ਜੀ ਜਦੋਂ ਕੋਲ ਆਏ ਤੇ ਉਹ ਮਰਦੀ ਹੋਈ ਦੱਸ ਗਈ, ਕਹਿਣ ਲੱਗੀ ਗੁਰੂ ਅਰਜਨ ਸਾਹਿਬ ਜੀ ਤੁਹਾਡੇ ਵੱਡੇ ਭਰਾ ਨੇ ਤੇ ਤੁਹਾਡੀ ਭਰਜਾਈ ਨੇ ਮੈਨੂੰ 200 ਰਜਤ ਪੜ੍ਹ ਦਿੱਤੇ ਹਨ ਤੁਹਾਡੇ ਪੁੱਤਰ ਨੂੰ ਮਾਰਨ ਵਾਸਤੇ। ਤੁਹਾਡਾ ਪੁੱਤਰ ਬਚ ਗਿਆ, ਮੈਨੂੰ ਆਪਣੀ ਕੀਤੀ ਦਾ ਫਲ ਮਿਲ ਰਿਹਾ। ਫਿਰ ਅੰਮ੍ਰਿਤਸਰ ਮਹਾਰਾਜ ਆਏ, ਇੱਕ ਖਡਾਵੇ ਨੂੰ ਪੈਸੇ ਦੇ ਕੇ ਬੀਬੀ ਕਰਮੋ ਨੇ ਬਾਬੇ ਪ੍ਰਿਥੀ ਚੰਦ ਨੇ ਦਹੀਂ 'ਚ ਜ਼ਹਿਰ ਪਾ ਕੇ ਮਾਰਨ ਵਾਸਤੇ ਮਹਾਰਾਜ ਨੂੰ। ਉਸ ਤੋਂ ਪਹਿਲਾਂ ਸੱਚ ਇੱਕ ਹੋਰ ਰੰਬਲਾ ਵੀ ਸਪੇਰੇ ਨੂੰ ਪੈਸੇ ਦੇ ਕੇ ਵੀ ਉਹਨੂੰ ਸੱਪ ਲੜ ਜੇ ਮਰ ਜੇ, ਨਿੱਕੇ ਜਿਹੇ ਬੱਚੇ ਨੇ ਸੱਪ ਦੀ ਸਰੀਰ ਫੇਰ ਦਿੱਤੀ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤੇ ਇਸ ਨੂੰ ਮਾਰਨਾ ਸਾਕੇ ਕੋਈ, ਤੇ ਰੱਬ ਕਿਸੇ ਨੂੰ ਬਚਾਵੇ ਤੇ ਕਿਸੇ ਕੋਲ ਕੀ ਤਾਕਤ ਹੈ। ਫਿਰ ਉਹ ਜ਼ਹਿਰ ਦੇ ਕੇ ਦਹੀਂ 'ਚ ਸਮਾਂ ਅੱਗੇ ਚੱਲਦਾ ਗਿਆ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੁਣ ਜਦੋਂ 5 ਕੁ ਸਾਲਾਂ ਦੇ ਹੋਏ ਤੇ ਮਹਾਰਾਜ ਨੇ ਬਾਬੇ ਮਹਾਦੇਵ ਨੂੰ ਸੱਦ ਲਿਆ। ਗੁਰੂ ਅਰਜਨ ਸਾਹਿਬ ਦੇ ਵਿਚਲੇ ਭਰਾ ਜਿਹੜੇ ਬਾਬੇ ਪ੍ਰਿਥੀ ਚੰਦ ਤੋਂ ਛੋਟੇ, ਉਹ ਥੋੜੇ ਜਿਹੇ ਠੀਕ ਸਨ ਪਰ ਉਹ ਕਿਤੇ ਨਾ ਕਿਤੇ ਈਰਖਾਓ ਵੀ ਗੁਰੂ ਅਰਜਨ ਸਾਹਿਬ ਨਾਲ ਕਰਦੇ ਹਨ। ਬਾਅਦ 'ਚ ਉਹ ਗੁਰੂ ਸਾਹਿਬ ਤੋਂ ਮਾਫੀ ਮੰਗਦੇ ਜਦੋਂ ਸਰੀਰ ਤਿਆਗਣ ਲੱਗੇ ਬਾਬਾ ਮਹਾਦੇਵ। ਗੁਰੂ ਅਰਜਨ ਸਾਹਿਬ ਨੇ ਆਪਣੇ ਵੱਡੇ ਭਰਾ ਨੂੰ ਸੱਦਿਆ ਵੀ ਭਰਾ ਜੀ ਪੁੱਤਰ ਨੂੰ ਪੜ੍ਹਨੇ ਪਾਉਣਾ ਹੈ ਤੇ ਦੱਸੋ ਕਿੱਥੇ ਪਾਈਏ। ਤੇ ਬਾਬਾ ਮਹਾਦੇਵ ਨੇ ਕਿਹਾ ਸੀ ਵੀ ਬਾਬਾ ਬੁੱਢਾ ਜੀ ਕੋਲ ਪੜ੍ਹਨੇ ਪਾਓ। ਜਿਨ੍ਹਾਂ ਨੇ ਅਰਦਾਸ ਕੀਤੀ, ਜਿਨ੍ਹਾਂ ਨੇ ਨਾਂ ਰੱਖਿਆ, ਮਾਤਾ ਗੰਗਾ ਜੀ ਆ ਗਏ। ਉਹਨਾਂ ਨੇ ਵੀ ਕਿਹਾ ਗੁਰੂ ਸਾਹਿਬ ਜੀ ਬਾਬਾ ਬੁੱਢਾ ਜੀ। ਤੇ ਬਾਬਾ ਬੁੱਢਾ ਜੀ ਨੂੰ ਬੀੜ ਤੋਂ ਸੱਦ ਲਿਆ ਮਾਂ ਗੰਗਾ ਜੀ ਨੇ। ਕਹਿੰਦੇ ਬਾਬਾ ਜੀ ਅਸੀਂ ਪੁੱਤਰ ਨੂੰ ਪੜ੍ਹਨੇ ਪਾਉਣਾ ਹੈ ਤੇ ਅਸੀਂ ਚਾਹੁੰਦੇ ਵੀ ਤੁਹਾਡੇ ਤੋਂ ਸਾਡਾ ਪੁੱਤਰ ਪੜ੍ਹੇ। ਤੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਹੱਥ ਜੋੜ ਕੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਮੈਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਤੁਹਾਡੇ ਘਰ ਦਾ ਕਾਈਆ ਹੈ। ਮੈਨੂੰ ਇਸ ਗੱਲ ਦਾ ਪਤਾ ਹੈ ਬਾਰਿਸ਼ ਪੈਂਦੀ ਜ਼ਮੀਨ ਕਿੰਨੇ ਦਿਨਾਂ ਬਾਅਦ ਵੱਤਰ ਆਉਂਦੀ ਹੈ। ਮੈਨੂੰ ਇਸ ਗੱਲ ਦਾ ਪਤਾ ਇਹਨੂੰ ਵਾਹੁਣਾ ਕਿਵੇਂ ਹੈ, ਇੱਕ ਵਿਗੇ 'ਚ ਬੀਜ ਕਿੰਨਾ ਪੈਂਦਾ ਹੈ, ਇਹਦੀ ਗੋਡੀ ਕਦੋਂ ਕਰਨੀ, ਇਹਨੂੰ ਪਾਣੀ ਕਦੋਂ ਲਾਉਣਾ, ਇਹਨੂੰ ਵੱਢਣਾ ਕਦੋਂ, ਇਹਨੂੰ ਵੇਚਣਾ ਕਿੱਥੇ ਹੈ। ਗੁਰੂ ਅਰਜਨ ਸਾਹਿਬ ਜੀ ਮੈਂ ਤੇ ਆਪ ਨਹੀਂ, ਮਾਂ ਗੰਗਾ ਜੀ ਮੈਂ ਤੇ ਆਪ ਨਹੀਂ ਕਿਤੇ ਪੜ੍ਹਨ ਗਿਆ, ਤੁਹਾਡੇ ਪੁੱਤਰ ਨੂੰ ਕੀ ਪੜ੍ਹਾ ਸਕਦਾ ਹੈ। ਤੇ ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਕਿਹਾ ਸੀ ਬਾਬਾ ਜੋ ਗੁਰੂ ਨਾਨਕ ਸਾਹਿਬ ਤੋਂ ਪੜ੍ਹੇ ਉਹ ਸਾਡੇ ਪੁੱਤਰ ਨੂੰ ਪੜ੍ਹਾ ਦਿਓ। ਤੇ ਫਿਰ ਬਾਬਾ ਬੁੱਢਾ ਜੀ ਨੇ 65 ਵਿਦਿਆ ਦਿੱਤੀਆਂ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਤੁਸੀਂ ਇਤਿਹਾਸ ਪੜ੍ਹ ਕੇ ਵੇਖਿਓ ਗੁਰੂ ਹਰਗੋਬਿੰਦ ਸਾਹਿਬ ਦਾ ਬਾਬਾ ਬੁੱਢਾ ਜੀ ਤੋਂ ਇਲਾਵਾ ਦੂਸਰਾ ਕੋਈ ਤੁਹਾਨੂੰ ਟੀਚਰ ਇਤਿਹਾਸ 'ਚੋਂ ਨਜ਼ਰ ਨਹੀਂ ਜਾਏਗਾ। 65 ਵਿਦਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀਆਂ। ਫਿਰ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪਣੇ ਪੁੱਤਰ ਦੀ ਬਾਂਹ ਬਾਬਾ ਬੁੱਢਾ ਜੀ ਦੇ ਹੱਥ 'ਚ ਦੇ ਕੇ ਜਾਂਦੇ, ਕਹਿੰਦੇ ਪੁੱਤਰ ਜੀ ਜੋਤ ਤੇ ਗੁਰੂ ਨਾਨਕ ਸਾਹਿਬ ਵਾਲੀ ਵਿਚਰੇਗੀ ਤੁਹਾਡੇ ਅੰਦਰ, ਪਰ ਬਾਬਾ ਬੁੱਢਾ ਜੀ ਜੋ ਕਹਿਣ ਤੁਸੀਂ ਇਹਨਾਂ ਦੇ ਆਖੇ ਲੱਗਣਾ ਹੈ। ਫਿਰ ਗੁਰਮੁਖੋ ਬੜਾ ਸਤਿਕਾਰ ਕਰਦੇ ਰਹੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਦਾ। ਹਾਲਾਂਕਿ 65 ਵਿਦਿਆ ਦਿੱਤੀਆਂ, ਬਿਲਕੁਲ ਬੱਚੇ ਜਨਮ ਅਰਦਾਸ ਕਰਕੇ ਹੋਇਆ, ਨਾ ਉਹਨਾਂ ਰੱਖਿਆ, ਪਰ ਬਾਬਾ ਬੁੱਢਾ ਜੀ ਜਿਵੇਂ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰਦੇ ਸਨ ਓਨਾ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਸਤਿਕਾਰ ਕਰਦੇ ਹਨ। ਕਹਿੰਦੇ ਬਾਬਾ ਬੁੱਢਾ ਜੀ ਬਜ਼ੁਰਗ ਹੋ ਗਏ। ਇੱਕ ਦਿਨ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਨਹੀਂ ਆਇਆ ਜਾਣਾ, ਹਰਿਮੰਦਰ ਸਾਹਿਬ ਹੁਣ ਘਰੇ ਬੈਠਣਾ ਚਾਹੁੰਦਾ ਵੀ ਸਰੀਰ ਨਹੀਂ ਸਾਥ ਦਿੰਦਾ। 125 ਸਾਲ ਦੀ ਉਮਰ 'ਚ ਬਾਬਾ ਬੁੱਢਾ ਜੀ ਨੇ ਸਰੀਰ ਛੱਡਿਆ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਸਾਡੇ ਵਾਲੀ ਪਾਲਕੀ ਸਿੱਖ ਲੈ ਕੇ ਆਇਆ ਕਰਨਗੇ ਤੇ ਇਹਦੇ 'ਚ ਤੁਸੀਂ ਬਿਰਾਜਮਾਨ ਹੋ ਕੇ ਆ ਜਾਇਆ ਕਰੋ ਜਦੋਂ ਤੁਹਾਡਾ ਦਿਲ ਕਰੇ। ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਹਾਡੀ ਪਾਲਕੀ ਨੂੰ ਮੱਥਾ ਟੇਕਣਾ ਸਾਡਾ ਫਰਜ਼ ਹੈ, ਤੁਹਾਡੀ ਪਾਲਕੀ 'ਚ ਚੜ੍ਹ ਕੇ ਨਹੀਂ ਅਸੀਂ ਬੈਠ ਸਕਦੇ। ਗੁਰੂ ਸਾਹਿਬ ਦੀ ਬਰਾਬਰ ਨੇ। ਇੰਨੀ ਨਿਮਰਤਾ ਵੇਖ ਲਓ ਕਿਸੇ 'ਚ ਹੋ ਸਕਦੀ ਹੈ। ਨਹੀਂ ਤੇ ਕਹਿ ਰਹੇ ਮੇਰੇ ਤੋਂ ਤੇ ਇਹ ਬੱਚਾ ਸਿੱਖਿਆ ਹੈ, ਮੈਂ ਇਹਦਾ ਸਤਿਕਾਰ ਕਿਉਂ ਕਰਾਂ, ਇਹ ਮੇਰੇ ਪੈਰੀਂ ਹੱਥ ਲਾਵੇ।
ਕਹਿੰਦੇ ਇੱਕ ਦਿਨ ਮਹਾਰਾਜ ਨੇ ਫਿਰ ਪਾਲਕੀ ਨਵੀਂ ਤਿਆਰ ਕਰਵਾਈ। ਮਹਾਰਾਜ ਵਾਲੀ ਪਾਲਕੀ ਜੀ ਨਹੀਂ ਬਾਬਾ ਬੁੱਢਾ ਜੀ ਬੈਠੇ, ਸਿੱਖ ਕਦੇ ਕਦੇ ਲੈ ਕੇ ਆਉਂਦੇ ਹਨ, ਗੁਰੂ ਸਾਹਿਬ ਜੀ ਕਹਿ ਦਿੰਦੇ ਹਨ ਬਾਬਾ ਬੁੱਢਾ ਜੀ ਨੂੰ ਲੈ ਕੇ ਆਓ ਜੀ, ਅਸੀਂ ਕੁਝ ਉਹਨਾਂ ਨਾਲ ਬਚਨ ਸਾਂਝੇ ਕਰਨੇ ਆ। ਇੱਕ ਦਿਨ ਬਾਬਾ ਬੁੱਢਾ ਜੀ ਪਾਲਕੀ ਸਾਹਿਬ 'ਚ ਆ ਰਹੇ ਤੇ ਮਹਾਰਾਜ ਟਹਿਲ ਰਹੇ ਸਨ ਬਾਹਰ, ਸ਼ਾਮ ਦਾ ਸਮਾਂ ਹੈ, ਤੇ ਮਹਾਰਾਜ ਨੇ ਵੇਖਿਆ ਵੀ ਸਾਡੇ ਤੇ ਬੜੇ ਅਹਿਸਾਨ ਨੇ ਬਾਬਾ ਬੁੱਢਾ ਜੀ ਦੇ, ਬੜਾ ਕੁਝ ਅਸੀਂ ਇਹਨਾਂ ਤੋਂ ਪ੍ਰਾਪਤ ਕੀਤਾ, ਕਿਉਂ ਨਾ ਇਹਨਾਂ ਦੀ ਪਾਲਕੀ ਨੂੰ ਮੋਢਾ ਹੀ ਦੇ ਦਈਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਸਿੱਖਾਂ ਨੂੰ ਹੱਥ ਕੀਤਾ ਵੀ ਕਿਸੇ ਨੇ ਬੋਲਣਾ ਨਹੀਂ, ਬਾਬਾ ਬੁੱਢਾ ਜੀ ਪਾਲਕੀ 'ਚ ਬੈਠੇ, ਪਾਸੇ ਕੱਪੜਾ ਤਣਿਆ ਹੁੰਦਾ ਸੀ ਪਾਲਕੀ ਦੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਉਹਨਾਂ ਨੇ ਸਹਿਜੇ ਜੇ ਦੂਜੇ ਨੂੰ ਬਾਹ ਤੋਂ ਫੜ ਕੇ ਪਾਸੇ ਕਰ ਦਿੱਤਾ, ਆਪਣਾ ਮੋਢਾ ਪਾਲਕੀ ਦੇ ਥੱਲੇ। ਹੁਣ ਗੁਰਮੁਖੋ ਸਿੱਖ ਤੇ ਗੁਰੂ ਦਾ ਰਿਸ਼ਤਾ ਸਰੀਰ ਦਾ ਨਹੀਂ ਜੇ, ਇਹ ਹਮੇਸ਼ਾ ਯਾਦ ਰੱਖਣਾ ਹੈ, ਉਹ ਰੂਹ ਦਾ ਰਿਸ਼ਤਾ ਹੈ। ਜਦੋਂ ਮਹਾਰਾਜ ਨੇ ਮੋਢਾ ਦਿੱਤਾ, ਉਹਨਾਂ ਦੇ ਪਾਲਕੀ ਦਾ ਬੈਲੈਂਸ ਥੋੜਾ ਜਿਹਾ ਹਿੱਲਿਆ, ਕਿਉਂਕਿ ਮਹਾਰਾਜ ਦਾ weight ਜ਼ਿਆਦਾ ਸੀ, 7 ਮਣ weight ਸੀ ਗੁਰੂ ਹਰਗੋਬਿੰਦ ਸਾਹਿਬ ਦਾ। ਉਦੋਂ ਮਣ 27 ਕਿਲੋ ਦਾ ਹੁੰਦਾ ਸੀ ਜੀ, ਇਹ ਵੀ ਸੁਰਤ 'ਚ ਜ਼ਰੂਰ ਗੱਲ ਰੱਖਣੀ। ਇੱਥੇ 7 ਮਣ weight ਦੀ ਗੱਲ ਹੋਏਗੀ, ਉਦੋਂ ਮਣ 27 ਕਿਲੋ ਦਾ ਸੀ, ਹੁਣ 40 ਕਿਲੋ ਦਾ ਹੈ। ਜਦੋਂ ਬੈਲੈਂਸ ਬਾਬਾ ਬੁੱਢਾ ਜੀ ਨੇ ਪਾਲਕੀ ਦਾ ਪਰਦਾ ਪਾਸੇ ਕੀਤਾ, ਥੱਲੇ ਝਾਕ ਮਾਰ ਕੇ ਵੇਖਿਆ, ਗੁਰੂ ਹਰਗੋਬਿੰਦ ਸਾਹਿਬ ਨੇ ਮੋਢਾ ਦਿੱਤਾ, ਤੇ ਬਾਬਾ ਬੁੱਢਾ ਜੀ ਅੱਖਾਂ ਭਰ ਕੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਐਸ ਉਮਰੇ ਹੁਣ ਸਾਡੇ ਸਿਰ ਤੇ ਪਾਪ ਦਾ ਨਾ ਚੜਾਓ। ਬਾਬਾ ਕਿੰਨੀ ਨਿਮਰਤਾ ਬਾਬਾ ਬੁੱਢਾ ਜੀ, ਐਸ ਉਮਰੇ ਸਾਨੂੰ ਪਾਪੀ ਨਾ ਬਣਾਓ। ਮਹਾਰਾਜ ਕਹਿੰਦੇ ਬਾਬਾ ਜੀ ਕੀ ਗੱਲ ਹੋ ਗਈ? ਕਹਿਣ ਲੱਗੇ ਮਹਾਰਾਜ ਤੁਹਾਡੀਆਂ ਪਾਲਕੀਆਂ ਨੂੰ ਅਸੀਂ ਮੋਢੇ ਦੇਣ ਵਾਲੇ, ਗੁਰੂ ਸਿੱਖ ਦੀ ਪਾਲਕੀ ਨੂੰ ਮੋਢਾ ਦਵੇ ਫੱਬਦਾ ਨਹੀਂ, ਸਿੱਖ ਨੂੰ ਇੰਨੇ ਪਾਪਾਂ ਦੇ ਭਾਗੀ ਨਾ। ਤੇ ਬਾਬਾ ਬੁੱਢਾ ਜੀ ਕੋਈ ਗੱਲ ਨਹੀਂ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਤੇ ਬਾਬਾ ਬੁੱਢਾ ਜੀ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਂ ਤੇ ਪਾਲਕੀ ਥੱਲੇ ਲਾ ਦਿਓ, ਤੇ ਜਾਂ ਸਤਿਗੁਰੂ ਜੀ ਮੈਂ ਛਾਲ ਮਾਰ ਦੇਣੀ ਜੇ ਪਾਲਕੀ ਦੇ ਉੱਪਰ। ਮਹਾਰਾਜ ਨੇ ਜਲਦੀ ਜਲਦੀ ਪਾਲਕੀ ਥੱਲੇ ਲਾਈ ਵੀ ਬੁੱਢੇ ਨਾਲ ਸਰੀਰ ਮਾਰ ਬਾਬਾ ਬੁੱਢਾ ਜੀ ਦਾ ਕਿਤੇ ਥੱਲੇ ਹੀ ਨਾ ਡਿੱਗ ਪੈਣਾ। ਤੇ ਫਿਰ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਆਪਣਾ ਸੀਸ ਮਹਾਰਾਜ ਦੇ ਚਰਨਾਂ 'ਤੇ ਰੱਖਿਆ। ਮਹਾਰਾਜ ਤੁਸੀਂ ਕਦੇ ਨਾ ਆਪਣੇ ਅੰਦਰ ਸੋਚਿਓ ਵੀ ਅਸੀਂ ਕੁਝ ਸਿੱਖਿਆ ਬਾਬਾ ਬੁੱਢਾ ਜੀ ਤੋਂ, ਅਸੀਂ ਕੁਛ ਨਹੀਂ ਤੁਹਾਨੂੰ ਸਿਖਾਇਆ, ਸਾਡੇ ਵਾਸਤੇ ਤੁਸੀਂ ਗੁਰੂ ਨਾਨਕ ਸਾਹਿਬ ਹੋ। ਤੇ ਜਦੋਂ ਬਾਬਾ ਬੁੱਢਾ ਜੀ ਚੜ੍ਹਾਈ ਕਰ ਗਏ ਨਾ, ਤੇ 6ਵੇਂ ਪਾਤਸ਼ਾਹ ਜੀ ਉੱਥੇ ਪਹੁੰਚੇ, ਤੇ ਮਹਾਰਾਜ ਨੇ ਅਰਥੀ ਨੂੰ ਮੋਢਾ ਦਿੱਤਾ ਸੀ ਬਾਬਾ ਬੁੱਢਾ ਜੀ ਨੂੰ। ਉਦੋਂ 2 ਗੱਲਾਂ ਬਾਬਾ ਬੁੱਢਾ ਜੀ ਦੇ ਸਰੀਰ ਨਾਲ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਮਹਾਰਾਜ ਕਹਿੰਦੇ ਬਾਬਾ ਤੇਰੀ ਸੇਵਾ ਤੇ ਬੜਾ ਕਰਨ ਨੂੰ ਦਿਲ ਕਰਦਾ ਸੀ, ਬਜ਼ੁਰਗ ਦੀ ਸੇਵਾ ਕਰੀਏ, ਤੁਸੀਂ ਗੁਰੂ ਘਰ ਦੀ 113 ਸਾਲ ਸੇਵਾ ਕੀਤੀ ਹੈ, ਪਰ ਸਾਡਾ ਹੱਥ ਤੁਸੀਂ ਆਪਣੇ ਸਰੀਰ ਨੂੰ ਨਹੀਂ ਲੱਗਣ ਦਿੱਤਾ ਕਦੇ। ਬਾਬਾ ਅੱਜ ਇੱਕ ਆਗਿਆ ਦੇ, ਅਸੀਂ ਤੇਰੀ ਪਾਲਕੀ ਨੂੰ ਮੋਢਾ ਦੇਣਾ ਚਾਹੁੰਦੇ ਹਾਂ। ਮਹਾਰਾਜ ਕੱਲ੍ਹ ਨਹੀਂ ਲੱਗੇ ਸਾਨੂੰ ਗੁਰਮੁਖੋ, ਉਹ ਬਿਮਾਰ ਨੂੰ ਮੋਢਾ ਦਿੱਤਾ 6ਵੇਂ ਪਾਤਸ਼ਾਹ ਨੇ। ਸਹਿਜ ਪਾਠ 6ਵੇਂ ਪਾਤਸ਼ਾਹ ਆਪ ਕਰਦੇ ਰਹੇ ਬਾਬਾ ਬੁੱਢਾ ਜੀ ਦਾ, ਜਦੋਂ 13ਵੇਂ ਤੋਂ ਭੋਗ ਪੈਂਦਾ ਹੈ। ਕਥਾ ਬਾਬਾ ਬੁੱਢਾ ਜੀ ਦੇ ਭੋਗ ਤੇ 6ਵੇਂ ਪਾਤਸ਼ਾਹ ਨੇ ਕੀਤੀ ਹੈ। ਤੇ ਗੁਰਮੁਖੋ ਉਸ ਖੀਰ ਨੂੰ ਉਹ 49 ਕੁ ਸਾਲ ਦੀ ਉਮਰ ਭੋਗ ਕੇ 6ਵੇਂ ਪਾਤਸ਼ਾਹ ਜੀ 4 ਯੁੱਧ ਲੜੇ। ਮਹਾਰਾਜ ਨੇ ਜੀਵਨ ਬਹੁਤ ਵੱਡਾ ਹੈ, ਸਮਾਂ ਬਿਲਕੁਲ ਨਹੀਂ ਹੈ। ਦਾਸ ਨੇ ਇੰਨੀਆਂ ਕੁ ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ ਜੀ। ਫਿਰ ਸਤਿਗੁਰੂ ਕੀਰਤਪੁਰ ਦੀ ਧਰਤੀ ਤੇ ਬੜੇ ਸੌਖੇ ਤਰੀਕੇ ਨਾਲ ਚੌਂਕੜਾ ਮਾਰ ਕੇ ਆਪਣਾ ਸਰੀਰ ਤਿਆਗ ਜਾਂਦੇ ਹੈ। ਤੇ ਮਹਾਰਾਜ ਨੇ ਬਹੁਤ ਵੱਡੇ ਉਪਦੇਸ਼, ਬਹੁਤ ਯੁੱਧ ਲੜੇ, ਬਹੁਤ ਧਾਰਮਿਕ ਸਥਾਨਾਂ ਦੀਆਂ ਨੀਵਾਂ ਰੱਖੀਆਂ। ਮਹਾਰਾਜ ਨੇ ਬਹੁਤ ਵੱਡਾ ਪ੍ਰਚਾਰ ਆਪਣੇ ਜੀਵਨ 'ਚ ਕੀਤਾ। ਖੀਰ ਨੂੰ ਮਹਾਰਾਜ ਫਿਰ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਭਾਏ ਵਿਪੁਚੀ ਹੈ ਗੱਲ ਪਈ ਜਮ ਕੀ ਪਾਸ। ਮਹਾਰਾਜ ਕਹਿੰਦੇ ਜੇ ਦੋਏ ਭਾਏ ਗੁੱਚੀਏ, ਦੋਵਾਂ ਪਾਸੇ ਹੀ ਖਵਾਰ ਹੋ ਗਿਆ, ਇੱਧਰ ਵੀ ਮੱਥਾ ਟੇਕ ਲਿਆ ਤੇ ਹੋਰ ਜਗ੍ਹਾ ਤੇ ਵੀ ਜਾ ਕੇ। ਮਹਾਰਾਜ ਕਹਿੰਦੇ ਫਿਰ ਜਮਾਂ ਦੀ ਫਾਹੀ ਗੱਲ 'ਚ ਪੈਂਦੀ ਹੈ। ਜਿਹੋ ਜਿਹਾ ਮਨੁੱਖ ਬੀਜਦੇ ਉਹ ਮੱਥੇ ਤੇ ਲਿਖਿਆ ਜਾਂਦਾ, ਫਿਰ ਉਹੋ ਜਿਹਾ ਉਹਨੂੰ ਫਲ ਮਿਲਦਾ ਹੈ ਜੀ। ਇਹ ਜ਼ਿੰਦਗੀ ਰੂਪੀ ਰੈਣ ਫਿਰ ਐਵੇਂ ਹੀ ਲੰਘ ਜਾਂਦੀ ਹੈ। ਜੀਵ ਰੂਪੀ ਇਸਤਰੀ ਉੱਠ ਕੇ ਚਲੀ ਜਾਂਦੀ ਹੈ, ਫਿਰ ਇੱਕ ਦਿਨ ਨਿਰਾਸ਼ ਹੋ ਜਾਂਦੀ ਹੈ। ਭਾਈ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਜੁੜਨਾ ਕੀਤਾ, ਸੇਵਾ ਕੀਤੀ, ਉਹ ਦਰਗਾਹ 'ਚ ਖਲਾਸ ਹੋ ਜਾਂਦੇ ਨੇ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ, ਕਹੋ ਨਾਨਕ ਬਾਹਾਂ ਉਡਾਈਓ, ਬਾਹਾਂ ਲਾਰ ਲਾਰ ਕੇ ਤੁਰਦਾ, ਉਹਨੂੰ ਰੱਬ ਦੇ ਘਰ ਪ੍ਰਵਾਨਗੀ ਮਿਲਦੀ ਹੈ। ਹੇ ਵਾਹਿਗੁਰੂ ਜੀ, ਪ੍ਰਭੂ ਜੀ ਆਪਣੀ ਕਿਰਪਾ ਕਰੋ, ਤੇਰੇ ਦਰਸ਼ਨਾਂ ਦੀ ਤਾਂਘ ਜਿਹੜੀ ਉਹ ਲੱਗੀ ਰਵੇ, ਪਿਆਸ ਅੰਦਰ ਲੱਗੀ ਰਵੇ ਤੇਰੇ ਦਰਸ਼ਨਾਂ ਦੀ ਜੀ। ਨਾਨਕ ਕੀ
ਅਰਦਾਸ। ਨਾਨਕ ਦੀ ਅਰਦਾਸ ਹੈ ਸਾਡੇ ਜੀਵਨ 'ਚ, ਪ੍ਰਭੂ ਜੀ ਤੁਹਾਡੇ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਹੈ। ਭਾਵ ਕਿ ਇੱਕ ਤੇ ਹੀ ਸਾਡਾ ਵਿਸ਼ਵਾਸ ਹੈ, ਇੱਕ ਤੋਂ ਹੀ ਮੰਗਦੇ, ਇੱਕ ਨਾਲ ਜੁੜੇ ਹਾਂ ਜੀ। ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰਿ ਚਰਨ ਨਿਵਾਸ। ਹਾੜ ਦਾ ਮਹੀਨਾ ਉਹਨਾਂ ਨੂੰ ਚੰਗਾ ਲੱਗਦਾ ਜਿਨ੍ਹਾਂ ਦੇ ਹਿਰਦੇ 'ਚ ਚਰਨ ਨਿਵਾਸ, ਪ੍ਰਭ ਦੇ ਚਰਨਾਂ ਦਾ ਨਿਵਾਸ ਹੈ। ਸਿਮਰਨ, ਰੱਬ ਦੇ ਚਰਨ ਉਹਦਾ ਨਾਮ ਹੈ, ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ। ਜਿਹਦੀ ਰੂਹ 'ਚ ਗੁਰੂ ਦਾ ਸ਼ਬਦ ਵਸ ਗਿਆ, ਰੱਬ ਦਾ ਨਾਮ ਹਿਰਦੇ 'ਚ ਵਸ ਗਿਆ, ਭਾਈ ਆਹ ਹਾੜ ਦਾ ਮਹੀਨਾ ਉਹਨਾਂ ਨੂੰ ਉਹ ਤਪਸ਼ ਨਹੀਂ ਦਿੰਦਾ, ਭਾਵ ਕਿ ਉਹਨਾਂ ਨੂੰ ਕਲਪਾਉਂਦਾ ਨਹੀਂ ਹੈ। ਇਸ ਮਹੀਨੇ 'ਚੋਂ ਨਹੀਂ ਕਲਪਦੇ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਸੀਤਲ ਥੀਵੈ ਨਾਨਕਾ ਜੁਪੰਦੜੋ ਹਰ, ਨਾਮ ਅੰਦਰੋਂ ਠੰਡੇ ਠਾਰ ਹੋ ਜਾਂਦੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕੀਤੀਆਂ ਜੀ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।